नासरु मनसूर गुरु गोबिंद सिंह। एजदी मनजूर गुरु गोबिंद सिंह। हकरा गंजूर गुरु गोबिंद सिंह। युमल फैज नूर गुरु गोबिंद सिंह। बरदो आलम शाह गुरु गोबिंद सिंह। खसम राजंकाह गुरु गोबिंद सिंह। हक हक आगाह गुरु गोबिंद सिंह। शाह शैन शाह गुरु गोबिंद सिंह। हक हक अंदेश गुरु गोबिंद सिंह। बादशाह दरवेश गुरु गोबिंद सिंह। कबीर मोहि मरने का चाओ है। मरो दहर कै द्वार। मत हर पूछै कौन है। परा हमारे बार। कबीर जिस मरण ते जग डरै। मेरे मन आनंद। मरण ही ते पाइय। पूरन परमानंद। गगन दमामा बाजियो। परियो निशान गाओ। खेत जो मांड्यो सूरमा। अब जूझन को दाओ। सूरा सो पहचानिया। जो लर दीन के हेत। पुरजा पुरजा कट मर। कबहू न छाड़ै खेत। पुरजा पुरजा कट मर। कबहू न छाड़ै खेत। परम सन्मानयोग गुरता गद्दी ते सुभाईमान। चवर शतर तख जी दे मालक। याहरा जहूर हाजरा हजूर। दसां पातशाहियां दे आत्मक स्वरूप। धन 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 साहिब सतगुरु
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਤਿਗੁਰਾਂ ਦੇ ਦਰੋਂ ਘਰੋਂ ਵਰਸਾਏ ਹੋਏ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਰਸ ਕਰਕੇ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਅਤੇ ਅੰਮ੍ਰਿਤਮਈ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਰਹੇ ਸੀ। ਵਡਭਾਗੇ ਹੋ। ਅੱਜ ਦਾ ਪਾਵਨ ਪਵਿੱਤਰ ਦਿਹਾੜਾ ਸਿੱਖ ਕੌਮ ਦਾ ਇੱਕ ਅਹਿਮ ਦਿਹਾੜਾ ਹੈ। ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦੀਵਾਨ ਅੰਦਰ ਆਪਾਂ ਸੋ ਇਹ ਸ਼ਹਾਦਤ ਦਾ ਪ੍ਰਸੰਗ ਸਰਵਣ ਕਰਨਾ ਹੈ। ਇਕਾਗਰਤਾ ਬਣਾਇਓ ਤਾਂ ਕਿ ਅਸੀਂ ਸਤਿਗੁਰਾਂ ਦੇ ਲਾਲਾਂ ਦਾ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 6 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ ਅਤੇ ਸਰਸਾ ਦੇ ਕੰਢੇ ਤੇ ਪਹੁੰਚਦਿਆਂ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ ਅਤੇ ਸਰਸਾ ਨੂੰ ਪਾਰ ਕਰਨ ਲੱਗਿਆਂ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਪਿਆ ਹੈ। ਸਰਸਾ ਨਦੀ ਤੇ ਬੀਤਿਆ ਇਉਂ ਭਾਣਾ, ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ, ਦਸਮ ਪਿਤਾ ਤੋਂ ਵਿਛੜ ਗਈ ਮਾਤ ਗੁਜਰੀ, ਸਾਇਆ ਸਿੰਘ ਤੇ ਸੇਵਾਦਾਰ ਵਿਛੜੇ, ਜੋਰਾਵਰ ਸਿੰਘ ਤੇ ਲਾਡਲੇ ਫਤਿਹ ਸਿੰਘ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮਣਾ ਮੋਹੀ ਗ੍ਰੰਥ ਤੇ ਲੱਖ ਮੋਹਰਾਂ ਕਰਕੇ ਨਦੀ ਦੀ ਭੇਂਟ ਦਾ ਤਾਰ ਵਿਛੜੇ, ਰੱਖਿਆ ਗਊ ਗਰੀਬ ਦੀ ਕਰਨ ਵਾਲੀ, ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ। ਇੱਥੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਪਿਆ। ਇੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ। ਮੈਂ ਵਿਸਥਾਰ ਤਾਂ ਨਹੀਂ ਕੀਤਾ ਕਿਉਂਕਿ ਇਹ ਆਪਾਂ ਵਿਚਾਰ ਪਿੱਛੇ ਵਿਸਥਾਰ ਨਾਲ ਸਰਵਣ ਕਰ ਚੁੱਕੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ।
सतगुरु कलगीधर पातशाह जी ਵੱਡੇ ਸਾਹਿਬਜ਼ਾਦਿਆਂ ਦੇ ਸਮੇਤ ਪੰਜਾਂ ਪਿਆਰਿਆਂ ਦੇ ਸਮੇਤ ਭਾਈ ਬਚਿੱਤਰ ਸਿੰਘ ਜੀ ਦੇ ਸਮੇਤ ਅੱਗੇ ਚੱਲੇ ਨੇ ਅਤੇ ਸਤਿਗੁਰਾਂ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਣੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ ਤੇ ਭਾਈ ਧੰਨਾ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਗਏ ਨੇ ਅਤੇ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਸੋ ਇਹ ਗੁਰੂ ਪਿਆਰ ਵਾਲਿਓ ਇੱਕ ਪਾਸੇ ਵਿਛੜ ਗਏ ਨੇ, ਹੁਣ ਤੁਰੇ ਜਾ ਰਹੇ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ। ਤੁਰੇ ਜਾਂਦਿਆਂ ਹੋਇਆਂ ਗੁਰੂ ਕੇ ਛੋਟੇ ਸਾਹਿਬਜ਼ਾਦੇ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਨੇ। ਗੱਲਾਂ ਕੀ ਕਰਦੇ ਜਾ ਰਹੇ ਨੇ ਕਿ ਸਾਨੂੰ ਸਾਡੇ ਪਿਤਾ ਜੀ ਛੱਡ ਕਰਕੇ ਚਲੇ ਗਏ, ਭਰਾ ਵੀ ਛੱਡ ਕਰਕੇ ਚਲੇ ਗਏ, ਮਾਤਾ ਜੀ ਵੀ ਚਲੇ ਗਏ ਨੇ। ਤੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਜਦੋਂ ਭਰਾ ਇੱਥੇ ਚੱਲ ਕਰਕੇ ਆਉਣਗੇ, ਪਿਤਾ ਜੀ ਆਉਣਗੇ, ਮਾਤਾ ਜੀ ਆਉਣਗੇ ਤੇ ਸਾਨੂੰ ਉਹ ਆ ਕਰਕੇ ਮਨਾਉਣਗੇ, ਵਾਰ-ਵਾਰ ਗਲੇ ਨਾਲ ਲਾ ਕਰਕੇ, ਤੇ ਆਪਾਂ ਮੰਨਣਾ ਨਹੀਂਗਾ। ਅਤੇ ਫਿਰ ਕਹਿੰਦੇ ਨੇ ਆਪਾਂ ਉਹਨਾਂ ਦੇ ਕੋਲੋਂ ਅੱਗੇ ਵਾਸਤੇ ਇਕਰਾਰ ਲਵਾਂਗੇ, ਬਚਨ ਲਵਾਂਗੇ ਵੀ ਸਾਨੂੰ ਅੱਗੇ ਵਾਸਤੇ ਕਦੀ ਛੱਡ ਕੇ ਨਹੀਂ ਜਾਣਾ, ਸਾਨੂੰ ਇਉਂ ਵਿਛੋੜਾ ਨਹੀਂ ਦੇਣਾ, ਫਿਰ ਮੰਨਾਂਗੇ ਤੇ ਨਹੀਂ ਮੰਨਣਾ। ਅੱਲਾ ਯਾਰ ਖਾਂ ਜੋਗੀ ਨੇ ਉਹ ਦਰਦ ਭਰੇ ਬੋਲ ਲਿਖਣਾ ਕੀਤੇ ਨੇ ਕਿ ਗੁਰੂ ਕੇ ਲਾਲ ਕਹਿੰਦੇ ਜਾ ਰਹੇ ਨੇ, ਜਬ ਰਣ ਅਜੀਤ जीत के तशरीफ लाएंगे, अब्बा के साथ जिस घड़ी जुझार आएंगे, माता कभी पिता कभी भाई मनाएंगे, हमें गले लगा के कहेंगे वो बार बार, ਮੰਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਜੇ ਨਿਹਾਰ। ਉਹ ਵਾਰ-ਵਾਰ ਸਾਨੂੰ ਗਲੇ ਨਾਲ ਲਗਾ ਕਰਕੇ ਕਹਿਣਗੇ ਮੰਨ ਜਾਓ, ਪਰ ਅਸੀਂ ਮੰਨਣਾ ਨਹੀਂ। ਪਰ ਇਹ ਨਹੀਂ ਜਾਣਦੇ ਕਿ ਹੁਣ ਕਿਸੇ ਦਾ ਮਿਲਾਪ ਨਹੀਂ ਹੋਣਾ ਸਰੀਰ ਕਰਕੇ। ਅਤੇ ਫਿਰ ਬਚਨ ਕਰਦੇ ਨੇ, ਇਕਰਾਰ लेंगे सबसे भुलाना ना फिर कभी, बार दिगर बिछड़ के सताना ना फिर कभी, हमको अकेले छोड़ के जाना ना फिर कभी, कह देते हैं जो हमको भुलाना ना फिर कभी। इउं आपस विच बचन करते पे ने। दादी माँ गुजर कौर ने दोनों के ये बोल सुने। ਅਸੀਂ ਉਸ ਵੇਲੇ ਅੱਖਾਂ ਵਿੱਚ ਜਲ ਛਿਲਕ ਪਿਆ ਹੈ ਕਿ ਇਹ ਕੀ ਬਚਨ ਕਰਦੇ ਪਏ ਨੇ ਕਿ ਨਾ ਤਾਂ ਹੁਣ ਪਿਤਾ ਦਾ ਮਿਲਾਪ ਹੋਣਾ ਹੈ, ਨਾ ਭਾਈਆਂ ਦਾ ਮਿਲਾਪ ਹੋਣਾ ਹੈ, ਨਾ ਮਾਤਾ ਦਾ ਮਿਲਾਪ ਹੋਣਾ ਹੈ, ਕਿਉਂਕਿ ਮਾਤਾ ਜੀ ਜਾਣਦੇ ਨੇ ਹੁਣ ਤਾਂ ਕੁਝ ਹੋਰ ਭਾਣੇ ਵਾਪਰਨੇ ਨੇ। जोगी जी लिखते ने, बच्चों की गुफ्तगू सुनी जां दादी जान ने, बेख्तियार रो दिया उस वली शान ने। इउं बचन बलास करदियां तुरे जा रहे ने। चलदियां चलदियां अगे एक ਚੱਕ ਢੇਰਾ ਪਿੰਡ ਆਉਂਦਾ ਹੈ ਤੇ ਚੱਕ ਢੇਰਾ ਪਿੰਡ ਇੱਕ ਪੱਤਣ ਤੇ ਵਸਦਾ ਹੈ। ਉੱਥੇ ਇੱਕ ਕੁੰਮਾ ਮਾਸ਼ਕੀ ਰਹਿੰਦਾ ਹੈ ਜਿਹਦਾ ਨਾਮ ਵਿਦਵਾਨਾਂ ਨੇ ਕਰੀਮ ਬਖਸ਼ ਵੀ ਲਿਖਿਆ ਹੈ। ਇਹ ਹਿੰਦੂ ਸੀ ਪਰ ਜ਼ਬਰਦਸਤੀ ਇਸ ਨੂੰ ਮੁਸਲਮਾਨ ਬਣਾਇਆ ਗਿਆ ਸੀ। ਤੇ ਗੁਰੂ ਪਿਆਰ ਵਾਲਿਓ, ਉਸ ਕੁੰਮੇ ਮਾਸ਼ਕੀ ਦੀ ਕੁੱਲੀ ਦੇ ਵਿੱਚ 7 ਪੋਹ ਦੀ ਰਾਤ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ ਹੈ। ਉੱਥੇ ਹੀ ਇੱਕ ਲక్ష్ਮੀ ਨਾਂ ਦੀ ਬਾਹਮਣੀ ਨੇ ਮਾਤਾ ਜੀ ਦੀ ਤੇ ਸਾਹਿਬਜ਼ਾਦਿਆਂ ਦੀ
जल पानी प्रशादा पानी की सेवा की है। विद्वानां की लिखत मुताबक 8 पोह का दिन चढ़ता है। हुण इधर कलगीधर पातशाह जी 7 पोह की रात नूं चमकौर पहुँचते ने ते 8 पोह नूं जंग हुंदा है। इधर 8 पोह का दिन चढ़ता है ते गुरु प्यार वालिओ गंगू आकर के पहला कुम्मे माचकी नूं मिलदा है। वो पुछदा है कि गुरु के साहिबजादे अते माता जी किते वेखे नहीं। कुम्मा माचकी कहन लगा गंगू नूं तूं किवें जाणदा है? आख्या मैं उन्हां दा पुराना सेवादार हाँ, सेवक हाँ, इस करके जानदा हाँ। उस वेले कुम्मा माचकी गंगू नूं नाल लै करके माता जी दे कोल गया है। गंगू ने जाकर के माता जी नूं मत्था टेकिया है। विद्वानां दी लिखत मुताबक उदों अजे गंगू बेईमान नहीं सी होया। ध्यान देना, एक विद्वान होए ने भाई दुन्ना सिंह हंडूरीए। उन्होंने एक पुस्तक लिखी है कथा गुरु के सुतन की। विद्वान लिखते हैं कि ये भाई दुन्ना सिंह हंडूरीए मौके दे कवि होए ने, उस वेले दीयां घटनावां दा जिक्र कीता है। उन्होंने ये जिक्र किया है कि जदों माता जी अते साहिबजादे उथों गंगू नाल चलन लगे ने, क्योंकि गंगू ने आख्या मां हुण मैं आ गया, फिक्र करन दी लोड़ नहीं, चलो तुसी मेरे नाल मेरे घर चलो, जदों ठंड ठंडौला हो जाएगा मैं सतगुरां दे कोल तुहानूं पहुँचा आवांगा। हुण माता जी गंगू दे नाल चलन लगे ने। उदों गंगू बेईमान नहीं सी, पर चलन लगिया माता जी ने 500 मोहर सोने दी कुम्मे माचकी नूं दित्ती है कि तू सेवा कीती है, आ लै, ये तू वरत लई, तेरे काम आवेगी। अते जिहड़ी लक्ष्मी नाम की इस्त्री सी जिन्हें सेवा कीती सी, माता जी ने उसनूं 1-2 मोहरां दा आरसी गहना हुंदा जिहड़ा अंगूठे विच पाया जांदा, वो गहना दिता है अते 5 चूड़ियां सोने दियां उसनूं देना कीतियां भी तू सेवा कीती है। अते जदों ये चीज़ां दित्तियां ने, विद्वान लिखते हैं कि उस वेले गंगू दीयां अखां दे सामने दित्तियां ने, पर उन्हां सोने दी चूड़ियां ते आरसी गहने नूं वेख करके 500 मोहर वेख करके गंगू दा मन बेईमान हो गया कि जे माता जी इत्थे इन्ना कुछ दे रहे ने, इन्हां कोल किन्ना कु खजाना होवेगा, इन्हां कोल ते बहुत कीमती हीरे होणगे। उस वेले कहंदे ने ये गंगू सतगुरां दे छोटे साहिबजादियां नूं अते माता जी नाल लै करके चल पिया है। चलदियां चलदियां अगे एक पिंड आउंदा है काई नौर, ते काई नौर पिंड दे बाहर वार एक फकीर दी कुटिया सी, उत्थे माता जी ने रहना कीता है। उत्थे कुछ समा रहे अते गुरु प्यार वालिओ माता जी दे मुखों वचन निकलिया कि फकीर जी असीं इत्थे एमे बैठे हुए। वो एमे शब्द कहण दे नाल अज उत्थे गुरुद्वारा एमा साहिब बनिया होया है। उथों गुरु प्यार वालिओ गंगू माता जी नूं डरा करके जे आपां इस पासे जावांगे ते अगे मुगल ने ते बड़ा नुकसान होवेगा, तुसीं पकड़े जाओगे, तुसीं इउं करो कि मेरे नाल मेरे पिंड खेड़ी चलना करो। हुण माता जी विश्वास करके कि पुराना सेवादार है, उस वेले गंगू दे नाल गंगू दे घर चले गए ने। ते गुरु प्यार वालिओ तो गंगू दे घर जदों पहुंचे ने अते पहला तो अपनी घरवाली नूं गंगू ने जदों दुध बनाउण लगी कहा है कि दुध विच थोड़ा जिहा जहर पा दे, इन्हां दी मौत हो जाएगी, इन्हां दे कोल बहुत धन है।
बहुत माया है हीरे ने, पर घर वाली ना मन्नी, आख्या इहो जिहा पाप मैं नहीं करना जिन्हां दे दिता सारी उम्र खाधा है। अज उन्हां ते समा आया दुख दा ते असीं इहो जिहा कर्म करिए। पर जदों बंदे दे मन अंदर लालच आ जांदा ना, ते गुरबाणी दा फैसला है कि उस वेले बंदे दी हालत हल्के कुत्ते वर्गी हो जाती है। असीं पावन बोल पढ़ते हाँ, ज्यों कूकर हरकाया धावै दहद सजाए, लोभी जंत न जानाई भख अपख सब खाहे। पावन बाणी का वचन है कि जिवें हल्का कुत्ता दसां दिशावां दे विच दौड़दा है, इसी तरह लोभी बंदे की हालत है जदों उहदे अंदर लोभ पैदा हुंदा है अते ਉਹ ਕੰਮ भी कर बैठदा ਜਿਹੜੇ ਕੰਮ नहीं करन वाले हुंदे। ਉਹ वस्तु भी ਉਹ खा लेंदा ਜਿਹੜੀ वस्तु नहीं खाण वाली हुंदी। ऐसे हालात उस लोभी पुरुष दे बन जांदे। तुसीं देखिया होवेगा कई बार कईयां ने बड़े प्यार नाल कुत्ता पालिया हुंदा, लोग पालदे आ ना घरां विच, ਅਤੇ जिसने पालिया हुंदा जदों कुत्ते नूं हलका हो जाता है तो वह पालन वाले नूं भी वढ खांदा, ये नहीं वेखदा कि इहने मैनूं पालिया है। इस तरह जदों बंदे दे अंदर लोभ पैदा हुंदा है, वो मनुख ये नहीं वेखदा कि ये मेरा माँ बाप है। आपां खबरां सुणदे आ कई बंदे अपने माँ बाप नूं धन वास्ते मार दिंदे, कोई भरा नूं मारदा पिया, कोई पति पत्नी नूं मार दिंदा है, कोई पत्नी अपने पति नूं मार दिंदी है, कोई भैन अपने भरा नूं धन वास्ते मार दिंदी है, कोई भरा अपनी भैन नूं मारदा पिया। ये रोजाना दी खबरां ने। लोभ दे विच सब कुछ उल्ट हो जाता है। लोभ दे विच तां खून दे रिश्ते भुल जाते ने, ते गंगू दा किहड़ा खून दा रिश्ता सी, उहदे अंदर लोभ पैदा होया। हुण माता जी रात दे समय पए होए ने, दोवें लाल माता जी दे कोल ने। हुण जिहदा परिवार विछड़िया होवे, पुत्र दा पता नहीं कित्थे है, वड्डे पोतरियां दा पता नहीं कित्थे है, नूहां दा पता नहीं कित्थे है, ते केवल छोटे पोतरे कोल ने। उस मां नूं नींद किवें आ सकदी है? पर पई है वो मां रब दी याद विच। उस वेले गंगू सोचदा कि शायद माता जी सौ गए ने। अख बचा करके पैर बोझ बोझ के रखदा होया वो धन वाली खुरजी चुकी ते बाहर जा करके दब दिती है। अते गुरु प्यार वालियो घरे आकर के रौला पाउण लग पिया कि चोर चोर चोर। माता जी कहन लगे गंगूआ चोर तां इत्थे कोई नहीं आया, पुत्र तू ही ये धन की खुरजी लै करके गया है। जे तैनूं लोड़ है तो मैनू पुछ करके लै लैनू, ऐसा कर्म नहीं सी करना। पर गंगू उल्टा अग बबूला होया। झूठे बंदे दा कर्म हुंदा कि वह बहुता रौला पा करके अपने आप को सच्चा होने का सबूत देवेगा। गंगू ने रौला पाया उच्ची उच्ची, कहन लगा मैं तुहानू अपने घर रखिया है, तुसीं सरकार दे बागी हो ते मैनू अपने घर रखण दा ये फल दिता जे, मैं हुणे ही थाने जा करके तुहाडी रिपोर्ट करदा हाँ। माता जी ने बथेरा समझाया है कि गंगूआ ये पाप ना कर। जे तैनू धन की लोड़ आ, चलो तू भावें चोरी लै लिया, जिद्दां मर्जी लै लिया, धन खसमां नूं खावे, तू रख लै। पर नहीं टलिया क्योंकि लोभ सी अंदर भी ये धन भी मैनू पच जावे ते सरकार कोले खबर करके मैनू होर इनाम मिलेगा। ये लोभ सी मन दे अंदर। पर माता जी कहन लगे गंगूआ एक गल याद रखी, जिस धन वास्ते तू ये पाप कर लगा, ये धन ही तेरी मौत का कारण बनेगा। माता जी ने ये वचन कर दिते। गंगू चल करके पिंड विच गया, पिंड दे चौधरी नूं मिलिया। चौधरी नूं नाल लै करके आया है कि सतगुरां दी बजुर्ग माता अते उन्हां दे छोटे पुत्र मेरे घर विच ने। चौधरी नाल आया है अपने बंदे लै करके। गंगू दे घर अपने बंदे बिठा दिते ने कि इन्हां नूं किते जाण ना दिता जावे। आप गंगू ते ओ चौधरी मोरिंडे थाने में चल करके गए ने।
ਜਾ ਕਰਕੇ ਖਬਰ ਦਿੱਤੀ ਹੈ ਮਰਿੰਡੇ ਥਾਣੇ ਦੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਨੂੰ ਕਿ ਗੁਰੂ ਕੀ ਬਜ਼ੁਰਗ ਮਾਤਾ ਅਤੇ ਗੁਰੂ ਕੇ ਛੋਟੇ ਪੁੱਤਰ ਮੇਰੇ ਘਰ ਨੇ। ਉਸੇ ਵੇਲੇ ਹੀ ਗੁਰੂ ਪਿਆਰ ਵਾਲਿਓ ਜਾਨੀ ਖਾਂ ਤੇ ਮਾਨੀ ਖਾਂ ਫੋਰਸ ਆਪਣੇ ਨਾਲ ਲੈ ਕਰਕੇ ਮੋਰਿੰਡੇ ਤੋਂ ਖੇੜੀ ਆਏ ਨੇ ਅਤੇ ਗੁਰੂ ਕੇ ਲਾਲਾ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸੋ ਰਾਤੋਂ ਰਾਤ ਹੀ ਮੋਰਿੰਡੇ ਲੈ ਗਏ। ਮੋਰਿੰਡੇ ਤੱਕ ਜਾਂਦਿਆਂ ਨੂੰ ਦਿਨ ਚੜ ਗਿਆ, ਅੰਮ੍ਰਿਤ ਵੇਲਾ ਹੋ ਗਿਆ ਸੀ। ਹਵੇਲੀ ਦੇ ਵਿੱਚ ਗੁਰੂ ਕੇ ਲਾਲਾ ਨੂੰ ਕੁਝ ਨੌਕਰਾਂ ਦੀ ਤਦਾਦ ਵਿੱਚ ਛੱਡ ਦਿੱਤਾ ਗਿਆ ਹੈ ਤੇ ਆਪ ਉਹ ਨਾਸ਼ਤਾ ਕਰਨ ਵਾਸਤੇ ਚਲੇ ਗਏ ਨੇ। ਇੱਧਰ ਹੁਣ ਗੁਰੂ ਕੇ ਲਾਲ ਜਿਹੜੇ ਅੰਮ੍ਰਿਤ ਵੇਲੇ ਸੋ ਗੁਰੂ ਪਿਆਰ ਵਾਲਿਓ ਦਿਨ ਚੜ੍ਹਨ ਤੋਂ ਬਾਅਦ ਨਾਸ਼ਤਾ ਕਰਦੇ ਸਨ ਮੱਖਣਾਂ ਦੇ ਨਾਲ, ਪਰੌਂਠਿਆਂ ਦੇ ਨਾਲ। ਪਰ ਅੱਜ ਸਮਾਂ ਉਹ ਕਿੱਥੇ ਸੀ? ਖੂਹ ਵਗਦਾ ਸੀ, ਵਗਦੇ ਹੋਏ ਖੂਹ ਦਾ ਜਲ ਵਰਤਿਆ ਹੈ, ਮੂੰਹ ਧੋਤਾ ਹੈ ਤੇ ਉਹੀ ਜਲ ਛਕ ਕਰਕੇ ਗੁਜ਼ਾਰਾ ਕੀਤਾ ਹੈ। ਇੱਕ ਰਾਤ ਮੋਰਿੰਡੇ ਦੇ ਵਿੱਚ ਗੁਰੂ ਕੇ ਲਾਲਾ ਨੂੰ ਅਤੇ ਮਾਤਾ ਜੀ ਨੂੰ ਰੱਖਿਆ ਗਿਆ ਹੈ। ਇੱਧਰ ਹੁਣ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੀ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਕਰਕੇ ਪੰਜਾਂ ਸਿੰਘਾਂ ਦਾ ਬਚਨ ਮੰਨ ਕਰਕੇ ਗੜੀ ਛੱਡ ਕਰਕੇ ਚਲੇ ਗਏ ਸਨ। ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦਿਆਂ ਹੋਇਆਂ ਰਾਏ ਕੱਲੇ ਦੇ ਕੋਲ ਪਹੁੰਚੇ ਸਨ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਹੁਣ ਕਲਗੀਧਰ ਪਾਤਸ਼ਾਹ ਜੋ ਮਾਛੀਵਾੜੇ ਦੇ ਜੰਗਲਾਂ ਵਿੱਚ ਲੰਮੇ ਪਏ ਗੀਤ ਗਾਉਂਦੇ ਪਏ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂਗਾ, ਮਾਤਾ ਜੀ ਦਾ ਪਤਾ ਨਹੀਂਗਾ ਤੇ ਗੁਰੂ ਪਿਆਰ ਵਾਲਿਓ ਕੋਲ ਨਹੀਂ। ਪਰ ਫਿਰ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਗੀਤ ਇਹ ਗਾਉਂਦੇ ਪਏ ਨੇ ਕਿ ਮੇਰੇ ਪਿਆਰੇ ਮਿੱਤਰ ਵਾਹਿਗੁਰੂ ਨੂੰ ਇਹ ਮੇਰਾ ਸੁਨੇਹਾ ਦੇ ਦਿਓ ਕਿ ਤੇਰੇ ਯਾਦ ਤੋਂ ਬਿਨਾ ਰਜਾਈਆਂ ਲੈ ਕਰਕੇ ਸੌਣਾ ਇੱਕ ਰੋਗ ਹੈ। ਤੇਰੀ ਯਾਦ ਤੋਂ ਬਿਨਾ ਸੱਪਾਂ ਦੇ ਕੁੰਡ ਵਿੱਚ ਸੌਣਾ ਹੈ। ਤੇਰੀ ਯਾਦ ਤੋਂ ਬਿਨਾ ਇਹ ਦੁਨੀਆ ਦੇ ਪਿਆਲੇ ਸੁਰਾਹੀਆਂ ਜਿਹੜੀਆਂ ਨੇ ਇਹ ਖੰਜਰ ਵਰਗੀਆਂ ਨੇ। ਤੇਰੀ ਯਾਦ ਤੋਂ ਬਿਨਾ ਸੋ ਇਹ ਬਿੰਗ ਕਸਾਈਆਂ ਦਾ ਸਹਿਣਾ ਹੈ। ਅਤੇ ਜੇ ਤੇਰੀ ਯਾਦ ਹੈ ਤੇ ਭੁੰਜੇ ਪਿਆ ਵੀ ਆਨੰਦ ਵਿੱਚ ਹਾਂ, ਜੇ ਤੇਰੀ ਯਾਦ ਨਹੀਂ ਤੇ ਖੇੜਿਆਂ ਦਾ ਰਹਿਣਾ ਵੀ ਭੱਟ ਪਵੇ। ਐਸੇ ਬਚਨ ਸਤਿਗੁਰੂ ਜੀ ਉਚਾਰਦੇ ਪਏ ਨੇ। ਹੁਣ ਇੱਧਰੋਂ ਪਾਤਸ਼ਾਹ ਜੀ ਚਲੇ ਗਏ ਤੇ 9 ਪੋਹ ਨੂੰ ਇੱਧਰ ਗੁਰੂ ਕੇ ਰਹਿੰਦੇ ਸਿੰਘ ਜਿਹੜੇ 7 ਸਿੰਘ ਸਨ, ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਕੋਠਾ ਸਿੰਘ ਜੀ ਆਦਿਕ, ਉਹ ਵੀ ਸ਼ਹਾਦਤ ਦਾ ਜਾਮ ਪੀ ਗਏ। ਮੁਗਲਾਂ ਨੂੰ ਭੁਲੇਖਾ ਵੀ ਪਿਆ ਸੀ ਭਾਈ ਸੰਗਤ ਸਿੰਘ ਦੇ ਸ਼ਹੀਦ ਹੋਣ ਤੋਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ। ਪਰ ਬਾਅਦ ਵਿੱਚ ਸ਼ਨਾਖਤ ਕਰਨ ਤੇ ਪਤਾ ਲੱਗਾ ਇਹ ਗੁਰੂ ਗੋਬਿੰਦ ਸਿੰਘ ਨਹੀਂ। ਬੜੇ ਕਲਪੇ ਵੀ 10 ਲੱਖ ਦਾ ਘੇਰਾ ਪਾਇਆ, ਇੰਨੀ ਫੌਜ ਮਰਵਾ ਲਈ ਹੈ, ਫਿਰ ਵੀ ਗੁਰੂ ਗੋਬਿੰਦ ਸਿੰਘ ਬਚ ਕੇ ਚਲਾ ਗਿਆ। ਬੜੇ ਤਿਲ ਮਿਲਾਏ ਨੇ। ਹੁਣ 22 ਦਸੰਬਰ ਨੂੰ ਯੁੱਧ ਹੋਇਆ ਸੀ। 23 ਦਸੰਬਰ ਨੂੰ ਇੱਧਰ ਸਰਹੰਦ ਪਹੁੰਚਦਾ ਹੈ, ਸੂਬਾ ਸਰਹੰਦ ਕਲਪਿਆ ਹੋਇਆ, ਦੁਖੀ ਹੋਇਆ ਹੈ। ਇੱਧਰ ਹੁਣ ਗੁਰੂ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੋਰਿੰਡੇ ਥਾਣੇ ਦੇ ਵਿੱਚ ਨੇ ਅਤੇ ਸੂਬਾ ਸਰਹੰਦ ਨੂੰ ਖਬਰ ਭੇਜੀ ਹੈ ਗੁਰੂ ਸਾਹਿਬ ਜੀ ਦੀ ਬਜ਼ੁਰਗ ਮਾਤਾ ਅਤੇ ਛੋਟੇ ਬੱਚੇ ਸਾਡੇ ਕੋਲ ਕੈਦ ਨੇ। ਉਸ ਵੇਲੇ ਸੂਬਾ ਸਰਹੰਦ ਬੜਾ ਖੁਸ਼ ਹੁੰਦਾ ਹੈ ਕਿ ਹੁਣ ਵੇਖਾਂਗਾ ਕਿ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਕਿਵੇਂ ਨਹੀਂ ਆਉਂਦੇ। ਬੱਚਿਆਂ ਦੇ ਮੋਹ ਅੱਗੇ ਤਾਂ ਵੱਡੇ ਵੱਡੇ ਡਿੱਗ ਪੈਂਦੇ ਨੇ, ਪਰ ਉਹ ਇਹ ਨਹੀਂ ਜਾਣਦਾ ਕਿ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਜਾਣ ਲੱਗਿਆਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲ ਲੰਘਦਿਆਂ ਹੋਇਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਨਾ ਆਪ ਬਸਤਰ ਪਾਉਂਦਾ ਏ ਤੇ ਨਾ ਭਾਈ ਦਇਆ ਸਿੰਘ ਨੂੰ ਪਾਉਣ ਦਿੰਦਾ ਏ। ਉਸ ਮਾਲਕ ਨੂੰ ਪੁੱਤਰਾਂ ਦਾ ਮੋਹ ਕਿਵੇਂ ਡੁਲਾ ਸਕਦਾ ਹੈ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਸੋ ਗੁਰੂ ਪਿਆਰ ਵਾਲਿਓ ਤਿੰਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ
जदों सूबा सरहंद नूं मिलदी है खुश हुंदा है। इधर गुरु प्यार वालियो जानी खां ते मानी खां गुरु के छोटे साहिबजादियां नूं ते माता जी नूं नाल लै करके उस वेले सरहंद पहुँचते ने। सूबा सरहंद कहता है कि एक बार मेरे को लै करके आओ गुरु के लाला नूं। हुण गुरु के लाला नूं एक बार पहला सूबा सरहंद दे कोल लै करके गए ने। जदों सूबा सरहंद दे कोल लै करके गए, गुरु के लाल किसी अगे झुके नहीं, जांदियां सार सूबे वाल पिठ कर लई है। दोनों लाला ने एक दूजे वाल मुख करके आखिया, वाहिगुरु जी का खालसा वाहिगुरु जी की फतेह। गज करके फतेह बुलाई। सूबा सरहंद सड़बड़ करके कोला हो गया है अते कहन लगा, इन्हां नूं लै जाओ मेरियां अखां दे सामण। कित्थे लैके जाना? इन्हां नूं ठंडे बुरज विच कैद कीता जावे। हुण ठंडा बुरज की सी थोड़ा जिहा समझना पवेगा। इनू समझण वास्ते आपां हुण दे समय दी उदाहरण लै लैने। जिवें अजकल आपां गर्मियां दे विच एसी दी वरतों करदे हां। ते एसी दी वरतों क्यों करदे हां? गर्मी तो निजात पाउण वास्ते। एसी ठंड दिंदा है, सियाल वर्गा मौसम बना दिंदा एसी गर्मियां दे विच। पुराने समय दे विच एसी की सी? पुराने समय दे विच गुरु प्यार वालियो ठंडा बुरज जिहड़ा एसी दा काम करदा हुंदा सी। ते ये भी विद्वान लिखते ने कि ठंडा बुरज दे नेड़े उस समय एक नदी वगदी हुंदी सी ते पानी जिहड़ा वगदा हुंदा सी ठंडा, अते हवा उस ठंडे पानी नूं शो करके जदों ठंडे बुरज विच आउंदी सी एसी वर्गी ठंड दिंदी सी। ते मुगल बादशाह मुगल नवाब उत्थे बैठ करके गर्मियां दा समां बतीत करदे सी। हुण ध्यान देना, जदों आपां उस ठंडे बुरज तो उत्तर दी बाही वाल तकदे हां ते उधर कुछ मुसलमानां दे मकबरे बने हुए ने। उन्हां अंदर कबरां बणियां होईयां ने ते उत्थे मकबरा कबर पता किस दी बनी हुई है? शेख अहमद शाह सरहंदी दी। शेख अहमद शाह सरहंदी कौन सी? जिसने धन गुरु अर्जन देव पातशाह महाराज नूं तत्ती तवी ते बिठवाया, जिसने गुरु अर्जन साहब नूं शहीद करवाया। ते है कौन सी? वो शेख पत्ते दा चेला, जिहदी कबर अज तरन ताਰਨ दे नेड़े बनी आ। ते भोले भाले सिख ओदी कबर ते खीरां लैके जांदे ते उहनूं गुरु का सिख बनाई जाते ने, गुरु का सेवादार बनाई जाते। हालांकि वो तो गुरु घर दे उल्ट सी। रहो विचार मैं इस विषय वाल ना जावां। उस ठंडे बुरज दे विच माता गुजर कौर जी अते गुरु के छोटे साहिबजादियां नूं कैद किया गया। हुण थल्ले विछाउण वास्ते वस्त्र नहीं, उपर लैण वास्ते कपड़ा नहीं, ते पोह दी ककरीली रात है। ते गुरु प्यार वालियो आपां ये भी जानते हैं कि ठंड दो उम्रां दे विच बहुती लगदी है। एक तां बच्चिआं नूं ते एक बजुर्ग नूं, दोवां नूं ठंड बहुती लगदी है। हुण सतगुरां दे लाल जिन्हां दी उम्र 7 साल ते 9 साल दी बच्चे ने, ते दूजे पासे सतगुरां दे माता जी बजुर्ग ने। हुण दोनां उम्रां दे विच ठंड बहुती लगदी है। करते दा कौतक देखो, थल्ले विछाउण वास्ते विछाउणा नहीं, उपर लैण वास्ते कोई रजाई नहीं। उस ठंड दे विच माता जी चौंकड़ा मार करके बैठे ने अते अपने दोनों लालां नूं भी अपनी गोद विच बिठाया ते गोदी दा निग दे रहे ने अते नाल बाणी पढ़दे पए ने। हुण ध्यान देना गुरु प्यार वालियो, वो पहली रात लंघ गई है, अगला दिन चढ़ना है। ते माता जी अमृत वेले उठे अते उस वेले लाला नूं उठाया कि उठो लालो, टाइम हो गया अमृत वेले दा, ये समा साउण दा नहीं, रब दी बंदगी दा है। दोवें चौंकड़ा मार करके माता जी दे सन्मुख बैठे ने। माता जी आप नितनेम दीआं बाणियां पढ़ करके अपने पोतियां नूं सुना रहे ने अते नितनेम दे उपरंत साखियां सुनाउंदे ने, गुरु के इतिहास दियां परपक्ष करते ने कि किवें गुरु अर्जन देव पातशाह जी ने शहादत का जाम पीता है। इन्ने चिर नूं पैरां दे खड़ाक की आवाज़ आउंदी है। 2 सिपाही तुरे आउंदे ने, तकिया है ते कोल चल करके आए
ਤੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਅੱਜ ਅਸੀਂ ਤੁਹਾਡੇ ਇਹਨਾਂ ਦੋਨਾਂ ਬੱਚਿਆਂ ਨੂੰ ਲੈ ਕੇ ਜਾਣਾ ਹੈ। ਮਾਤਾ ਜੀ ਕਹਿਣ ਲੱਗੇ, ਕਿਉਂ? ਆਖਿਆ, ਅੱਜ ਇਹਨਾਂ ਦੀ ਸੂਬੇ ਦੀ ਕਚਹਿਰੀ ਵਿੱਚ ਪੇਸ਼ੀ ਹੈ। ਅੱਜ ਉਹ ਪਹਿਲਾ ਦਿਨ ਸੀ ਜਦੋਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਦੇ ਕੋਲੋਂ ਦੂਰ ਚੱਲੇ ਸਨ, ਨਹੀਂ ਤੇ ਅਜੇ ਤੱਕ ਮਾਤਾ ਜੀ ਤੋਂ ਕਦੇ ਦੂਰ ਨਹੀਂ ਸੀ ਗਏ। ਸੋ ਗੁਰੂ ਪਿਆਰ ਵਾਲਿਓ, ਮਾਤਾ ਜੀ ਕਹਿਣ ਲੱਗੀ, ਇਹਨਾਂ ਦੀ ਪੇਸ਼ੀ ਕਿਉਂ? ਇਹਨਾਂ ਦਾ ਕਸੂਰ ਕੀ ਹੈ? ਇਹਨਾਂ ਨੇ ਕੋਈ ਕਤਲ ਕੀਤਾ ਹੈ? ਇਹਨਾਂ ਨੇ ਕੋਈ ਚੋਰੀ ਕੀਤੀ? ਗੁਨਾਹ ਕੀ ਹੈ? ਉਹ ਸਿਪਾਹੀ ਕਹਿਣ ਲੱਗੇ, ਮਾਤਾ ਜੀ ਇਹਦੇ ਬਾਰੇ ਤਾਂ ਅਸੀਂ ਜਾਣਦੇ ਨਹੀਂ, ਸਾਨੂੰ ਤਾਂ ਜਿਵੇਂ ਹੁਕਮ ਹੋਇਆ ਅਸੀਂ ਲੈਣ ਵਾਸਤੇ ਆ ਗਏ ਹਾਂ, ਸਾਨੂੰ ਇਹ ਨਹੀਂ ਪਤਾ ਇਹਨਾਂ ਦਾ ਗੁਨਾਹ ਹੈ ਜਾਂ ਨਹੀਂ। ਉਸ ਵੇਲੇ ਮਾਤਾ ਜੀ ਹੁਣ ਤੋਰਨਾ ਹੀ ਪੈਣਾ ਸੀ। ਦੋਨਾਂ ਲਾਲਾਂ ਨੂੰ ਤੋਰਦੇ ਨੇ ਅਤੇ ਤੋਰਨ ਤੋਂ ਪਹਿਲਾਂ ਕਹਿੰਦੇ ਨੇ, ਲਾਲ ਜੀ ਇੱਕ ਗੱਲ ਯਾਦ ਰੱਖਿਓ, ਤੁਹਾਡੀਆਂ ਰਗਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਖੂਨ ਚੱਲਦਾ ਹੈ, ਜਿਨ੍ਹਾਂ ਨੇ ਤੱਤੀ ਤਵੀ ਤੇ ਬੈਠ ਕਰਕੇ ਵੀ ਪਰਮੇਸ਼ਰ ਦਾ ਭਾਣਾ ਮੰਨਿਆ ਪਰ ਡੋਲੇ ਨਹੀਂ। ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪੋਤਰੇ ਹੋ, ਜਿਨ੍ਹਾਂ ਨੇ ਬਗਾਨੇ ਧਰਮ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ, ਸੀਸ ਕੁਰਬਾਨ ਕਰ ਦਿੱਤਾ। ਅੱਜ ਤੁਹਾਡੇ ਧਰਮ ਤੇ ਆਈ, ਵੇਖਿਓ ਕਿਤੇ ਧਰਮ ਤੋਂ ਡੋਲ ਨਾ ਜਾਇਓ। ਤੁਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੋ, ਜਿਹਦੇ ਜੀਵਨ ਵਿੱਚ ਜਿੰਨੀਆਂ ਮਰਜ਼ੀ ਵਿਪਤਾ ਆਈਆਂ ਨੇ ਕਦੇ ਉਹ ਡੋਲਿਆ ਨਹੀਂ, ਰੱਬ ਦੀ ਯਾਦ ਵਿੱਚ ਜੁੜਿਆ ਹੋਇਆ ਹੈ ਤੇ ਕਦੇ ਡੋਲ ਨਾ ਜਾਇਓ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਮਾਤਾ ਜੀ ਮਾਂ ਤੂੰ ਵੇਖੇਂਗੀ ਕਚਹਿਰੀ ਸਾਹਮਣੇ ਹੋਈ ਤਾਂ ਤੂੰ ਆਪਣੀਆਂ ਅੱਖਾਂ ਨਾਲ ਵੇਖੇਂਗੀ ਤੇਰਾ ਪੋਤਰਾ ਫਤਿਹ ਸਿੰਘ ਕਿਵੇਂ ਸੂਬੇ ਦਾ ਮੂੰਹ ਤੋੜਦਾ ਹੈ ਜਵਾਬ ਦੇ ਦੇ ਕਰਕੇ। ਹੁਣ ਗੁਰੂ ਕੇ ਲਾਲਾ ਨੂੰ ਨਾਲ ਲੈ ਕਰਕੇ ਸਿਪਾਹੀ ਸੂਬੇ ਦੀ ਕਚਹਿਰੀ ਵਿੱਚ ਆਏ ਨੇ। ਅੱਗੇ ਹੁਣ ਕਚਹਿਰੀ ਭਰੀ ਹੋਈ ਹੈ, ਸੂਬਾ ਸਰਹੰਦ ਬੈਠਾ ਹੈ, ਸੁੱਚਾ ਆਨੰਦ ਬੈਠਾ ਜਿਹਨੂੰ ਸਿੱਖ ਕੌਮ ਝੂਠਾ ਆਨੰਦ ਕਹਿੰਦੀ ਹੈ, ਨਵਾਬ ਮਲੇਰਕੋਟਲਾ ਬੈਠਾ ਹੈ, ਹੋਰ ਕਈ ਨਵਾਬ ਬੈਠੇ ਨੇ। ਗੁਰੂ ਕੇ ਲਾਲ ਜਾ ਰਹੇ ਨੇ, ਸਿਪਾਹੀ ਲਾਲਾ ਨੂੰ ਸਮਝਾਉਂਦੇ ਨੇ ਕਿ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਜਾ ਕਰਕੇ ਝੁਕ ਕੇ ਸਲਾਮ ਕਰਿਓ, ਹੋ ਸਕਦਾ ਤੁਹਾਡੀ ਸਲਾਮ ਕਰਨ ਤੇ ਖੁਸ਼ ਹੋ ਕਰਕੇ ਨਵਾਬ ਤੁਹਾਨੂੰ ਛੱਡ ਦੇਵੇ। ਤੇ ਉਸ ਵੇਲੇ ਗੁਰੂ ਕੇ ਲਾਲ ਕਹਿਣ ਲੱਗੇ, ਅਸੀਂ ਤਾਂ ਇੱਕ ਵਾਰ ਸਲਾਮ ਕੀਤਾ ਗੁਰੂ ਨਾਨਕ ਦੇ ਚਰਨਾਂ ਵਿੱਚ, ਪਰਤ ਕੇ ਆਪਣਾ ਸੀਸ ਚੁੱਕਿਆ ਹੀ ਨਹੀਂ ਤੇ ਨਾ ਕਿਤੇ ਹੋਰ ਝੁਕਾਇਆ ਤੇ ਨਾ ਕਿਤੇ ਝੁਕਾਉਣਾ। ਗੁਰੂ ਕੇ ਲਾਲਾ ਨੂੰ ਨਾਲ ਲੈ ਕਰਕੇ ਸਿਪਾਹੀ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪਹੁੰਚੇ ਨੇ, ਗੁਰੂ ਕੇ ਲਾਲਾ ਨੇ ਉਸ ਵੇਲੇ ਸੂਬਾ ਸਰਹੰਦ ਵੱਲ ਪਿੱਠ ਕਰਕੇ ਇੱਕ ਦੂਜੇ ਵੱਲ ਮੁਖ ਕਰਕੇ ਤੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਵੇਲੇ ਸੂਬਾ ਸਰਹੰਦ ਸੜ ਬਲ ਕੇ ਕੋਲਾ ਹੋ ਗਿਆ ਹੈ। ਇੱਕ ਸਿਪਾਹੀ ਅੱਗੇ ਹੋਇਆ, ਕਹਿਣ ਲੱਗਾ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ, ਇੱਥੇ ਝੁਕ ਕਰਕੇ ਸਲਾਮ ਕਰੋ। ਬਾਬਾ ਫਤਿਹ ਸਿੰਘ ਕਹਿਣ ਲੱਗੇ, ਗੁਰੂ ਕਾ ਸਿੱਖ ਥਾਂ ਥਾਂ ਤੇ ਝੁਕਦਾ ਨਹੀਂ, ਸਾਡਾ ਸੀਸ ਇੱਕ ਵਾਰ ਝੁਕਿਆ ਗੁਰੂ ਨਾਨਕ ਦੇ ਘਰ ਵਿੱਚ, ਹੋਰ ਕਿਤੇ ਨਹੀਂ ਝੁਕ ਸਕਦਾ। ਇਹ ਲੱਥ ਸਕਦਾ ਹੈ ਪਰ ਕਿਸੇ ਹੋਰ ਥਾਂ ਤੇ ਝੁਕ ਨਹੀਂ ਸਕਦਾ। ਸੋ ਗੁਰੂ ਪਿਆਰ ਵਾਲਿਓ, ਉਸ ਵੇਲੇ ਗੁਰੂ ਕੇ ਲਾਲਾ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਨੇ ਅਤੇ ਡਰਾਇਆ ਧਮਕਾਇਆ ਵੀ ਗਿਆ ਹੈ, ਪਰ ਗੁਰੂ ਕੇ ਲਾਲ ਕਹਿਣ ਲੱਗੇ, ਤੇਰੇ ਦਿੱਤੇ ਹੋਏ ਲਾਲਚਾਂ ਨੂੰ ਅਸੀਂ ਜੁੱਤੀ ਦੀ ਨੋਕ ਤੇ ਟਕਰਾਉਂਦੇ ਹਾਂ। ਜਦੋਂ ਨਾ ਗੱਲ ਬਣਦੀ ਦਿਖੀ, ਸੂਬਾ ਸਰਹੰਦ ਨੇ ਫਿਰ ਦੁਬਾਰਾ ਗੁਰੂ ਕੇ ਲਾਲਾ ਨੂੰ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਹੈ। ਹੁਣ ਮਾਤਾ ਜੀ ਦੇ ਕੋਲ ਪਹੁੰਚੇ ਨੇ, ਭੱਜ ਕਰਕੇ ਬਾਬਾ ਫਤਿਹ ਸਿੰਘ ਜੀ ਨੇ ਗਲਵੱਕੜੀ ਪਾ ਲਈ ਹੈ। ਮਾਤਾ ਜੀ ਪੁੱਛਦੇ ਨੇ ਅਤੇ ਬਾਬਾ ਫਤਿਹ ਸਿੰਘ ਜੀ ਬੜੇ ਪਿਆਰ ਨਾਲ ਦੱਸਦੇ ਨੇ, ਬੜੇ ਮਾਣ ਨਾਲ ਦੱਸਦੇ ਨੇ, ਖੁਸ਼ ਹੋ ਕਰਕੇ, ਮਾਂ ਅੱਜ ਤੇਰੇ ਲਾਲ ਆ ਪਰਚਾ ਪਾਸ ਕਰਕੇ ਆਏ ਨੇ, ਆ ਸਵਾਲ ਹੋਏ ਤੇ ਆ ਅਸੀਂ ਜਵਾਬ ਦਿੱਤੇ ਨੇ। ਮਾਂ ਨੇ ਘੁੱਟ ਕੇ ਕਲੇਜੇ ਨਾਲ ਲਾਇਆ ਹੈ, ਮੱਥੇ ਚੁੰਮੇ ਨੇ, ਬਹੁਤਾ ਪਿਆਰ ਕੀਤਾ ਹੈ। ਸਮਾਂ ਬੀਤਦਾ ਗਿਆ, ਰਾਤ ਪੈ ਗਈ ਹੈ। ਮਾਤਾ ਜੀ ਬਾਣੀ ਪੜ੍ਹਦੇ ਨੇ ਰਹਿਰਾਸ ਸਾਹਿਬ ਜੀ ਦੀ,
गुरु के साहिबजादे सरवण करते ने। रात का हनेरा होया अते एक सिख आ गया है। वो सिख कौन सी? भाई मोती महरा। ध्यान देना, वो क्यों आया? ਉਹਦੇ परिवार के 4 जी सन विद्वानां की लिखत मुताबिक। एक वो आप सी, एक उसकी घरवाली, एक ਉਹਦਾ 8 साल का बच्चा ते एक उसकी बजुर्ग माता। भाई मोती अपनी मां नूं, पत्नी नूं कहन लगा कि सतगुरां दे छोटे साहिबजादे ते बजुर्ग मां ठंडे बुरज दे विच कैद है, उन्हां नूं छकण वास्ते कुछ नहीं दिता गया। अते क्यों ना होवे मां, आपां दुध गर्म करके उन्हां दी ये सेवा कर लईए, दुध छका लईए। तां उस वेले मां कहन लगी, पुत्र मेरा भी मन करदा है आपां ये सेवा कर लईए, पर एक गल याद रखी पुत्र जी, ये सेवा बड़ी महंगी पऊगी, पर जे झल सकदा है तो सेवा जरूर करें। परिवार सारा सरकार ने छड़ना नहीं। उस वेले भाई मोती महरे ने आख्या, मां जिस पातशाह ने साडे वास्ते सब कुछ वार दिता है, जे साडा परिवार चला जाएगा तो कोई गल नहीं, सेवा तो गुरु की मिल जाएगी, क्योंकि गुरु की सेवा बड़ी कठिन है। पावन बचन पढ़ते हाँ, गुर पीरां की चाकड़ी महा करड़ी सुख सार। है बड़ी औखी पर सुख देने वाली है। हुण भाई मोती महरे ने दुध तैयार करवाया है, अपनी घरवाली दे गहने लए ने ते गुरु प्यार वालिओ सिपाहियां नूं लालच दिता, क्योंकि लालच अगे वड्डे वड्डे डोल जांदे। वो गहने लालच वजों दिते ने। आख्या मैनूं इन्नी कु सेवा कर लैण दिओ। उस वेले भाई मोती महरा दुध लै करके माता जी दे कोल आया है ते आ करके मत्था टेकिया है ते आख्या, मां आ सेवा प्रवान करो, दुध छको। ते माता जी कहन लगे, तू कौन है? आख्या, मैं गुरु घर का सेवक हाँ मोती। उस वेले गुरु प्यार वालिओ माता जी ने वो दुध गुरु के लाला नूं छकाया है। अज भी वो गिलास उत्थे मौजूद ने। जदों तुसीं दर्शन करन किते गए, भाई मोती महरे दे अस्थान दे दर्शन करके आए, उत्थे नेड़े उत्थे वो गिलास भी मौजूद ने, जिन्हां गिलासां दे विच भाई मोती ने उस वेले गुरु के लाला नूं दुध छकाया है। गुरु के लाला ने दुध छकिया है, माता जी ने दुध छकिया है। कुछ शरीर नूं सो गुरु प्यार वालिओ हौसला होया, एक तो ठंड दूर हुई है, एक दुध छकण करके शरीर नूं कुछ आसरा होया, क्योंकि ठंड के मौसम विच शरीर नूं भुख भी बहुती लगदी ते भुखे बंदे नूं ठंड भी बहुती लगेगी। ध्यान देना गुरु प्यार वालिओ। माता जी कहन लगे, मोती तेरी सेवा थाए पई, गुरु नानक साहब तेरे ते रहमतां वरसाउणगे। हुण भाई मोती महरा ये सेवा करके चला गया। हुण अगले दिन की पेशी है। हुण माता जी अपने लाला नूं पढ़ाउंदे रहिंदे ने, साखियां सुणाउंदे ने कि पुत्र जी डुलना नहीं गा। हुण अगले दिन की पेशी हुई है। गुरु के लाला नूं नाल लैकर कोई सिपाही हुण बाद सो वाहिगुरू सूबे की कचहरी में चले ने। ते अज इन्हां ने एक चाल खेडी है कि जिहड़ा कचहरी का वड्डा दरवाजा है ना, वो बंद कर दिता गया है अते छोटी जी बारी खोल दी गई। पुराने समय में लक्कड़ के दरवाजे हुंदे सन, उन्हां दे विच एक बारी रखी जाती सी। बारी तो अज भी आपां रखते हैं गेट दे विच, पर अज आपां धरती तक रखते हैं, क्योंकि अपने मन का ख्याल हुंदा है कि मोटरसाइकिल आदि लंघाउण लग्गिया सानू सारा बूहा ना खोलना पवे। पर पुराने समय में जिहड़ी बारी सी वो उच्ची हुंदी सी आते वो टप करके लंघना पैंदा सी ते शरीर झुका के लंघना पैंदा सी। हुंदी भी छोटी सी, वड्डी नहीं सी रखदे। हुण वो बारी छोटी सी, वो खोली हुई सी। ख्याल ये सी कि गुरु के साहिबजादे लाल जदों इस बारी विच लंघण लग्गिया अपने सिर झुका के लंघणगे ते असीं उदों ताड़ी मार देवांगे कि गुरु के साहिबजादियां ने सलाम कर दित्ती है, सीस झुका दिता है। पर गुरु प्यार वालिओ धोखा तो कोई उन्हां नूं दे सकदा ना जिहड़े अणजाण दुनिया दे बच्चे होण, पर यह तां कलगीधर पातशाह दे साहिबजादे
उम्र भावें 7 साल ते 9 साल है, पर दोवें लाल गुरु के ब्रह्म ज्ञानी ने। ध्यान देना गुरु प्यार वालिओ, धोखा उन्हां नाल कौन धोखा कर सकदा। पावन गुरबाणी दा वचन है कि हर बिसरत सदा खुआरी, ता कहो धोखा कहाँ व्यापै, जा कहो ओट तुहारी। तिसनूं धोखा किते लग सकदा जिन्हों तुहाडी ओट होवे। वाहिगुरू जी गुरु के लाल गए ने सिपाहियां दे नाल, जदों दरवाजे अगे पहुंचे ने, एक दूजे वाल दोवां भरावां ने वेखिया है, चाल नूं समझिया है। उस वेले दोवां गुरु के लाला ने अपने चरनां विच छोटे छोटे जोड़े पाए हुए सी। दोनां ने अपने सज्जे चरण जिहड़े आ वो बारी विच दी अगे कढे ने, विखाए आ जोड़े कि असीं तुहाडे दित्ते होए लालचां नूं इस जुत्ती दी नोक ते ठकराउने हां, अते अगे नूं सीस झुका के नहीं लंघे, पिछे नूं सिर झुका करके बारी विच दी लंघे ने। ते सूबा सरहंद दी कचहरी विच गए अते जा करके उसे तरह ही गज करके आख्या, वाहिगुरू जी का खालसा वाहिगुरू जी की फतेह। सूबा सरहंद सड़बड़ करके कोला होया है। उस वेले सूबा सरहंद फिर लालचां दी लड़ी शुरू करदा है। गुरु के लाल उसनूं ठुकरा दिंदे ने। सूबा सरहंद कहन लगा, मिट जाओगे, दुनिया तो खत्म हो जाओगे। ते गुरु के लाल कहिंदे ने, की कहिंदे ने, अल्लाह यार खां जोगी लिखदा है, गुरु के लाल कहिंदे ने, सच को मिटाओगे तो मिटोगे जहां से, सच को मिटाओगे तो मिटोगे जहां के। ते अकाल पुरख नहीं डरदा किसे शहनशाह की शान से, उपदेश अपना सुन लो जरा दिल के कान से, हम कहते हैं तुमको खुदा की जुबान से। गुरु के लाल कहन लगे, सच नूं मिटाउण दा यतन करोगे कि संसार विचों मिट जाओगे, ये सच नहीं मिटेगा। जिथे सानू मिटाउण दा यतन करदे हो, इत्थे दुनिया का इकट्ठ झल्लिया नहीं जाना, तुहाडी कबर नूं किसी ने सजदा नहीं करना। ये गुरु के लाला ने उस वेले बचन कहे सन। सूबा सरहंद कहन लगा, नवाब मलेरकोटला बैठा सी, आख्या, नवाब मलेरकोटला, तुहाडा एक भरा नाहर खां, इन्हां ने चमकौर दी जंग विच इन्हां दे पिता ने मारिया। क्योंकि कलगीधर पातशाह ने जफरनामे विच ये बचन लिखिया, ये हकीकत है। पातशाह ने औरंगजेब नूं संबोधन करके लिखिया सी, वेखिया एक तेरा सूरमा नाहर खां गढ़ी दे उपर पौड़ी ला करके चढ़ लगा सी, थोड़ा जा सिर उपर कीता, मैं एक तीर पत्थे चों कढ़ करके तंदी ते चाड़ करके मारिया, ते नाहर खां उल्ट करके धरती ते डिगा। वेखिया तेरा दूजा सूरमा ख्वाजा मरदूद, जिहड़ा सूरमा नहीं एक डरपोक सी, उपर होया ही नहीं, डरदा ही भज गया, जे किते वो भी तां सिर चुकदा ते एक तीर मैं उहनूं भी बख्श देना सी। ध्यान देना, वो नाहर खां शेर मुहम्मद खान दा भरा सी, नवाब मलेरकोटली दा। ते गुरु प्यार वालिओ, उस वेले सूबा सरहंद कहन लगा, नवाब मलेरकोटला साहब, तुहाडा भरा इन्हां दे पिता ने मारिया है, ते उसदा एक भतीजा सी खिजर खां। ध्यान देना, उन्होंने बाबा अजीत सिंह ने मारिया सी। ते दूजा वचन कीता, तेरे भतीजे खिजर खां नूं इन्हां दे भरा अजीत सिंह ने मारिया है। अज असीं ये दोवें लाल तेरे हवाले करदे हां, ते इन्हां नूं मार करके अपने भरा दा ते भतीजे दा बदला लै लै। नवाब मलेरकोटले ने हा दा नारा की मारिया सी। उस वेले आख्या, सूबा सरहंद, मैनू खुदा ऐसे पाप तो महफूज रखे, जे किते इन्हां दा पिता गुरु गोबिंद सिंह टकरेगा, उहदे तो बदला तो लै लवांगा, पर अपने भरावां दा बदला गुरु गोबिंद सिंह दे छोटे छोटे बच्चों तो ये तो बुझ दिलों वाली गल होएगी, मैं ऐसा पाप नहीं करना। उस वेले सूबा सरहंद ने आख्या, क्यों डर गया है? आख्या, डरिया नहीं, मैं दलेर हाँ, पर तेरे वर्गा बुझ दिल नहीं हाँ। मैं तो ये कहना है, तू ही इस पाप तो बच जा। हो सकता है कि सूबा सरहंद का मन बदलदा
पर इन्ने चिर नूं सुच्चा आनंद उठ खलोता। नवाब मलेरकोटलिया ते चला गया इन्हां बचन कह करके। सुच्चा आनंद उठ खलोता जिन्हों कौम झूठा आनंद कहती है। वो कहन लगा, वेख्यो सूबा सरहंद, किते नवाब मलेरकोटलिए दे मगर लग करके इन्हां नूं छड़ ना दिओ। सप्पां दे पुत सप ही हुंदे ने। उन्हें जो बचन कहे विद्वानां ने लिखे ने। वो कहन लगा, तुमें तरबूज ना हुंदे जे लख प्योंदा लाई है, खारे खूह ना मिठे हुंदे जे 100 मणा खंड पाई है। सप्पां दे पुत मित ना हुंदे जे चुलियां भर भर दुध पियाई है। गुरु प्यार वालिओ, उस वेले ये बचन कहे इन्हां नूं छड़ना नहीं चाहिदा। अते सूबा सरहंद उस वेले कहन लगा, बच्चिओ जे तुहानूं छड़ दिता जावे ते की करोगे? सुच्चा आनंद कहन लगा, तुहानूं छड़ दिता जावे ते की करोगे? कहन लगे, करना की है, जंगलों में जावांगे, खिंडे कुंडे ਸਿੰਘਾਂ ਨੂੰ इकट्ठे करके सरहंद आवांगे। आख्या, सरहंद आके की करोगे? तेरे सूबे दे 2 टोटे कर देंगे। ध्यान देना, ये साहिबजादियां दे बचन बाद विच सच्चे भी होए है। बाबा बंदा सिंह बहादुर ने 2 टोटे कीते सी सूबे सरहंद दे। ये ब्रह्म ज्ञानी दे कहे हुए बचन, उन्हां लालां दे कहे हुए बचन बाद विच सच्चे भी होए ने। आख्या, तेरे सूबे दे 2 टोटे कर देवांगे। कि उस वेले सच्चा आनंद कहन लगा, वेख्या सूबा सरहंद, इन्हां नूं छड्डण दा फायदा की होवेगा, अपना नुकसान की होवेगा? इन्हां नूं कदे भी छड्डना नहीं चाहिदा। काजी नूं आख्या, फतवा लाओ। काजी कहन लगा कि इन्नी छोटी उम्र के बच्चों नूं कतल करना इस्लाम दे विच पाप है। हुण पाप तां पाप है, पर उदों काजी होए रिश्वती, वड्डी लैके हक गवाई, ऐसे बन गए सन काजी। काजी ने उसनूं होर तरीके नाल बयान कीता है, फतवा जारी किया है कि इन्हां नूं जिउंदे नूं नीहां दे विच चिन करके मार दिता जावे। हुण ये फतवा जारी हो गया है। जिन्ने भी लोग वेखदे सन उन्हां दा अंदर बाहर नूं आउंदा सी, कलेजा फटन नूं आउंदा सी, एडा वड्डा पाप होण लगा। उस वेले सारियां दी अखां चों पानी वग रहा है, सारियां दे अंदर कब रहे ने। फिर गुरु के लाला नूं माता जी दे कोल भेज दिता गया है। हुण गुरु के लाल माता जी दे कोल गए ने। जा करके सब कुछ गुरु के लाला ने दसिया है। आ सवाल होए, अज असीं जवाब दिते ने ते मां सानू आ फतवा जारी होया है ते कल दा अज दी रात रह गई है, कल नूं सारे परचे असीं पास कर जाने ने। मां घुट करके कलेजे नाल लाउंदी है अते अंदरों वाहिगुरू दे चरनां विच अरदास करदी है। विद्वान लिखते ने कि दूसरे दिन भी भाई मोती महरा दुध लै करके आया, 2 बार दुध छकाया। उस वेले भाई मोती महरा जब दुध लै करके आया तो दुध माता जी के चरनां विच मत्था रख करके ते उस वेले मत्था टेकदा है अते गुरु प्यार वालिओ अखां भर आउंदियां ने। कहन लगा, मां अज आ जिहड़े चंद जे टुकड़े तेरे कोल बैठे ने, कल नूं ये चंद छिप जाने ने, तेरे कोल नहीं आउणे। दुध छकाउंदा है आते दुध छकदे ने गुरु के लाल माता जी। ते माता जी कहन लगे, मोती पुत्र ये तू चिंता ना कर, ये सानू पहला ही पता है, ये भाणे वापरने ने, पर डरन की चिंता ना कर, ये सदा वास्ते अमर हो जाने, ये छुपने नहीं, ये सदा वास्ते दुनिया में चमकणगे, इन्हां नूं दुनिया चेते करिया करेगी। भाई मोती जी वापस गए। हुण अगला आखिरी दिन आ गया है साहिबजादियां दी जिंदगी दा। उस वेले गुरु प्यार वाले अमृत वेले माता जी उठे ने अते साहिबजादियां नूं पावन गुरबाणी दा नितनेम सरवण करवाया है। फिर माता जी अपनी गोद विच बिठा करके साहिबजादियां नूं सुना रहे ने, वेखो पुत्रो, भाई मती दास जी गुरु के सिख होए ने, उन्हां दे सिर ते आरा रखिया गया, आरे दे नाल जालमां ने उन्हां दा शरीर 2 टोटे कर दिता, पर उन्हां नूं बाणी नहीं विसरी, उन्हां ने धर्म दा त्याग नहीं कीता, आरे नाल चीरे गए, शहीदी पा गए, पर गुरु वालों बेमुख नहीं होए, सिੱਖੀ तो मुनकर नहीं होए। वेखो
ਪੁੱਤਰੋ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕਰਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਵੇਖਿਓ ਕਿਤੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ। ਗੁਰੂ ਕੇ ਸਾਹਿਬਜ਼ਾਦਿਆਂ ਨੇ ਆਖਿਆ, ਮਾਂ ਤੂੰ ਫਿਕਰ ਨਾ ਕਰ, ਜਿੱਥੇ ਬਾਕੀ ਸਾਰੇ ਇਮਤਿਹਾਨ ਲੰਘ ਗਏ, ਹੁਣ ਤਾਂ ਆਖਰੀ ਇਮਤਿਹਾਨ ਹੈ, ਇਹਦੇ ਵਿੱਚ ਵੀ ਅਸੀਂ ਪਾਸ ਹੋ ਕਰਕੇ ਆਵਾਂਗੇ, ਸਾਰੇ ਪਰਚੇ ਪਾਸ ਕਰਾਂਗੇ। ਹੁਣ ਮਾਤਾ ਜੀ ਨੂੰ ਪਤਾ ਹੈ ਕਿ ਅੱਜ ਆਖਰੀ ਦਿਨ ਹੈ। ਤੇ ਗੁਰੂ ਪਿਆਰ ਵਾਲਿਓ, ਹੁਣ ਮਾਤਾ ਜੀ ਦੇ ਕੋਲ ਬਸਤਰ ਸਨ ਨਵੇਂ, ਪਹਿਲਾਂ ਹੀ ਮਾਤਾ ਜੀ ਨਾਲ ਲੈ ਕੇ ਆਏ ਸਨ, ਬ੍ਰਹਮ ਗਿਆਨੀ ਸਨ, ਉਹਨਾਂ ਨੂੰ ਪਤਾ ਸੀ ਵੀ ਇਹ ਕੁਰਬਾਨੀਆਂ ਹੋਣੀਆਂ, ਇਹ ਭਾਣੇ ਵਾਪਰਨੇ। ਗੁਰੂ ਪਿਆਰ ਵਾਲਿਓ, ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਉਹ ਨਵੇਂ ਪੀਲੇ ਰੰਗ ਦੇ ਚੋਲੇ ਪਹਿਨਾਏ ਨੇ, ਚੂੜੀਦਾਰ ਪਜਾਮੀਆਂ ਪਹਿਨਾਈਆਂ ਨੇ, ਤੇ ਚਰਨਾਂ ਵਿੱਚ ਛੋਟੇ ਛੋਟੇ ਜੋੜੇ ਪਹਿਨਾਏ ਨੇ, ਸੀਸ ਦੇ ਉੱਪਰ ਦਸਤਾਰਾਂ ਸਜਾਈਆਂ ਨੇ, ਦਸਤਾਰਾਂ ਦੇ ਉੱਪਰ ਕਲਗੀਆਂ ਸਜਾਈਆਂ ਨੇ। ਅਤੇ ਇੰਨੇ ਚਿਰ ਨੂੰ ਸਿਪਾਹੀ ਲੈਣ ਵਾਸਤੇ ਆ ਗਏ ਨੇ। ਅਤੇ ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਕਿ ਮਾਤਾ ਜੀ ਨੇ ਜਿਹੜੇ ਬਚਨ ਕਹੇ, ਉਹਨਾਂ ਨੇ ਬੜੇ ਭਾਵਪੂਰਤ ਬਚਨ ਲਿਖਣਾ ਕੀਤੇ ਨੇ। ਮਾਤਾ ਜੀ ਕਹਿਣ ਲੱਗੀ, ਜਾਣੇ ਸੇ ਪਹਿਲੇ आओ, बचन कीता है कि जाने से पहले आओ, जरा गले से लगा तो लूं, केसों को कंघी करूं, जरा मुंह दुला तो लूं, प्यारे से सरों पे नन्ही सी कलगी सजा तो लूं, मरने से पहले तुमको दूल्हा बनाते लूं। माता जी कहन लगे, मरण तो पहला, शरीर त्यागण तो पहला तुहानू मैं लाड़ियां वांग सजा देवां, क्योंकि तुसीं अज मौत नूं विआउण चले हो। माता जी ने तैयार कीते। उस वेले सिपाही आ गए ने, कहन लगे, माता जी असीं तुहाडे लाला नूं लै करके जाना है। माता जी पहलां तैयार सी, घुट घुट करके वार वार जफियां पाउंदे ने, अपने पोतरियां नूं मुख चुमदे ने। एक गल वार वार कहिंदे जे, सीस चला जावे पर सिक्खी नूं दाग ना लगे। गुरु के दोवें लाल चल पे ने। माता जी खलो करके देखते पे ने। थोड़ी दूरी ते गए, दोवें लाल वापस मुड़ आए ने। जदों वापस मुड़ आए, माता जी ने आख्या, की गल हुई है, वापस मुड़ आए हो? ते उस वेले आख्या, मां असीं हुण वापस नहीं आउणा, असीं हुण सचखंड जाना है अपने दादे दे कोल। ते मां एक गल याद रखी, असीं सचखंड विच जा करके तैनूं उडीकांगे, अते तूं बहुता चिर ना ला के आई। जे बहुता चिर लाया तो किते असीं थक ना जाइए, तैनूं उडीक उडीक करके, तेरे तो बिना सानूं नींद नहीं आउणी। ते मां जे तूं बहुता चिर ला के आई तो तेरा फतेह सिंह रुस पऊगा, फिर तैनूं मिणतां कर करके मनाउणा पवेगा। ढाडी सोहण सिंह सीतल ने एक बड़ी सुंदर नज़म लिखी है। वो लिखते ने, तुरपे दोवें लाडले जद फतेह बुला के, वार अखीरी मात दे चरनी हथ ला के, बूहे विचों परत के बोले मुस्करा के। बूहे विचों फिर वापस मुड़ करके मुस्करा के बोले ने, मां उडीकांगे असीं सचखंड विच जाके, पर आउणा तुसां ने ना बहुता चिर ला के, थक ना जाइए अम्मीए, असीं औंसियां पा के, साडा जी नहीं लगना, मां छेती आउणा, नहीं तां रुस पऊ फतेह सिंह, तेरा जी परचाउणा, तेरे बाझों लोरियां दे किन्ने सवाउणा। ते अगला बचन सी, मिन्नतां कर कर अम्मीए, फिर पऊ मनाउणा, तेरे बाझों अम्मीए सानू सचखंड ना पाउणा, तेरे तो बिना सानू सचखंड भी चंगा नहीं लगना। पर मां तू छेती चल करके आवे। गुरु के लाल तुर पए ने। सिपाही नाल लै करके कचहरी दे विच गए ने। जदों कचहरी विच पहुंचे ने, गुरु के लाला ने उसे तरह एक दूजे वाल मुख करके आख्या है, वाहिगुरु जी का खालसा वाहिगुरु जी की फतेह। हुण फतवा ते पहलां सुना दिता गया, पर फिर डराउण दा, लालच देण दा सिलसिला शुरू होया। वार वार उही दोहराया गया। बाबा फतेह सिंह कहन लगे, सूबा सरहंद ਕੰਨ खोल करके सुन लै, असीं तेरे लालचां नूं जुत्ती दी नोक ते ठकराउने हां। इस्लाम असीं कबूल नहीं करना, भावें तूं जिन्ना मर्जी जोर ला लै,
कि इस्लाम कबूल नाल करन नाल किते मौत नहीं आउणी? जदों मौत तां उत्थे भी आउणी है ते अपने धर्म दे विच मौत कबूल करांगे। विद्वान लिखते ने कि सूबा सरहंद कहन लगा, बाप तुसां दा भाई ते सिंह सारे मारे गए, बस बचे हो दो तुसीं। कलमा पढ़ो ते जग दी मौज माणो, तोड़ो बच्चिओ सिੱਖੀ दा मोह तुसीं। आख्या तुहाडा बाप मारिया गया, तुहाडे भरा मारे गए ने, तुहाडे सारे सिंह मारे गए ने, बस तुसीं दो ही बचे हो ते कलमा पढ़ना करो, जग दीआं मौजां माणो। काजियां दीआं लड़कियां दे नाल तुहाडे निकाह कर दित्ते जाणगे, धन दौलत दी कमी कोई नहीं होवेगी, फौजां तुहाडे थल्ले होणगीਆਂ, सूबेदार होवोगे, सिੱਖੀ दा मोह छड्ड दिओ। बाबा फतेह सिंह ने गरजवीं आवाज़ विच आख्या, तुसीं रज के मारिया झूठ चिट्टा, साडे पिता नूं काल नहीं पोह सकदा, ਸਿੰਘਾਂ विचों रिहा ना कोई जी बाकी, पैदा ये भी सवाल नहीं हो सकदा, धरती उलट सकदी, अंबर डिग सकदा है, सच अगे नहीं झूठ खलो सकदा, टिप खून दी साडे विच जदों तੀਕਰ साडे धर्म नूं कोई नहीं खो सकदा। गुरु के लाला ने यह जवाब दिता है ਅਤੇ ਹੁਣ फतवा ते जारी हो गया। कहते ने एक घटना इत्थे होर वापरी है। बीर मरगेश एक ग्रंथ है, उस ग्रंथ विच एक घटना लिखी है कि झूठा आनंद कहन लगा कि सूबा सरहंद मैं तुहानूं इन्हां बच्चियां दी परख करके दिखावां, ये किधर नूं जाण वाले ने। उस वेले आख्या हाँ करके दिखाओ। कहंदे ने उस वेले 3 दुकानां सजाईयां गईयां ने, एक दुकान खिडौणियां दी, एक मठियाइयां दी ते एक हथियारां दी। साहिबजादियां नूं उन्हां दुकानां ते छड्ड दित्ता गया। गुरु के लाल ना मठियाइयां वाली दुकान ते गए, ना खिडौणियां वाली दुकान ते गए, हथियारां शस्त्रां वाली दुकान ते गए। एक ने हथ विच नेजा पकड़ लिया ते एक ने बंदूक पकड़ लैना कीती। झूठा आनंद कहन लगा, वेख्या सूबा सरहंद इन्हां दी सोच कित्ते खड़ी हुई है, इन्हां नूं छड्डना साडी हकूमत वास्ते बहुत वड्डा खतरा होवेगा। हुण उस वेले फतवा तां जारी कर दिता है, पर कोई साहिबजादियां नूं मारन वास्ते नीआं विच चिन्न वास्ते तैयार नहीं गा। सारियां ने मूँह नीवें कीते हुए, क्योंकि इस्लाम दे विच इन्नी छोटी उम्र के बच्चों नूं मारना सब तो वड्डा पाप है। तो वह भी वो बच्चे जेड़े कोई पाप नहीं करते पे, जिन्हों ने कोई गुनाह नहीं किया, बिल्कुल निरछल ने। ध्यान देना गुरु प्यार वालियो, उस वेले 2 जलाद उठ खड़े हुए ने, शाशल बेग ते बाशल बेग, उन्हां दा नाम इतिहास विच आउंदा है। इन्हां दा मुकदमा चलदा सी कतल दा सूबा सरहंद कोले। इन्हां ने आख्या सूबा सरहंद साडा केस चलदा तुहाडी अदालत विच, कतल केस, जे साडा मुकदमा साडे हक विच कर दिता जावे तो असीं ये कर्म करांगे। उस वेले सूबे ने हाँ विच सिर हिलाया, ये तैयार हो गए ने, इट्टां आ गईयां ने गुरु प्यार वालियो, चूना आ गया है ते चिड़न वाले भी आ गए ने, ते गुरु प्यार वाले गुरु के लाला नूं बरोबर ते खिलारिया गया। दोवें लाल खलोते ने, श्री जपजी साहिब दा पाठ उच्ची आवाज़ विच करदे पए ने। ध्यान देना गुरु प्यार वालियो, उस वेले चिणना आरंभ होया नीयां दे विच। जदों नीयां दे विच चिण रहे ने, अजे नी गिटियां ते है, आते उस वेले गुरु प्यार वालियो काजी कहन लगा सरकारी इट ना तोड़ी जावे, ये बागी पिता दे बागी पुत्र ने, इन्हां दे गिट्टे छांग दिते जाण पर सरकारी इट ना तोड़ी जावे। उस वेले गुरु के लालां दे गिट्टियां ते तेसियां मार मार करके जालमां ने गिट्टे भन दिते ने, लहू लुहान कर दिते ने। इत्थे एक विद्वान लिखदा है कि ये वचन गुरु के लाला ने भी कहा सी कि इट ना तोड़ियो, साडे भावें गिट्टे तोड़ दिओ, गोडे तोड़ दिओ, क्योंकि ये सिੱਖੀ दा महल बन रहा है ते सिੱਖੀ दे महल नूं टुट्टी इट नहीं लगनी चाहिए। वो बड़े भावपूरत वचन एक विद्वान ने लिखना कीते ने। बोले नीहां चो गुरु दे लाल बोले, साडे लहू नूं इत्थे निचोड़ के ला, इट्टां ला रहा कि तू रो रहा है,
ਇੱਟਾਂ ਮਣਨ ਦੀ ਅਵਸਥਾ ਨੂੰ ਮੋੜ ਕੇ ਲਾ। ਉਹ ਇੱਟ ਤੋੜ ਨਾ ਗੋਡੇ ਨੂੰ ਤੋੜ ਦੇ ਤੂੰ, ਸਿੱਖੀ ਮਹਿਲ ਨੂੰ ਇੱਟ ਨਾ ਤੋੜ ਕੇ ਲਾ। ਇਹ ਹਿਲਾਇਆ ਨਾ ਹਿਲ ਸਕੇ ਕਿਸੇ ਕੋਲੋਂ, ਉਹ ਠੋਕ ਠੋਕ ਕੇ ਲਾ, ਜੋੜ ਜੋੜ ਕੇ ਲਾ। ਹੁਣ ਗੁਰੂ ਕੇ ਲਾਲਾ ਨੂੰ ਚਿਣਿਆ ਜਾ ਰਿਹਾ ਹੈ। ਗਿੱਟਿਆਂ ਤੇ ਕੰਧ ਆਈ ਤੇ ਗਿੱਟੇ ਤੇਸੀਆਂ ਮਾਰ ਮਾਰ ਕਰਕੇ ਜ਼ਾਲਮਾਂ ਨੇ ਛੰਗ ਦਿੱਤੇ, ਲਹੂ ਲੁਹਾਨ ਕਰ ਦਿੱਤੇ, ਤਰਸ ਨਾ ਖਾਧਾ। ਹੁਣ ਚਿੰਦਿਆਂ ਚਿੰਦਿਆਂ ਕੰਧ ਗੋਡਿਆਂ ਤੇ ਆਈ ਤੇ ਗੁਰੂ ਕੇ ਲਾਲਾਂ ਦੇ ਗੋਡੇ ਤੇਸੀਆਂ ਨਾਲ ਭੰਨ ਦਿੱਤੇ, ਛੰਗ ਦਿੱਤੇ ਨੇ ਜ਼ਾਲਮਾਂ ਨੇ। ਪਰ ਗੁਰੂ ਪਿਆਰ ਵਾਲਿਓ ਇੱਟਾਂ ਲਾਈਆਂ ਗਈਆਂ। ਇੱਟਾਂ ਜਦੋਂ ਠੋਡੀ ਤੱਕ ਪਹੁੰਚੀਆਂ ਨੇ ਅਤੇ ਹੁਣ ਬਾਬਾ ਜ਼ੋਰਾਵਰ ਸਿੰਘ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਹੈ। ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਕਹਿਣ ਲੱਗਾ, ਕੀ ਗੱਲ ਵੀਰ ਜੀ, ਡੋਲ ਗਏ ਹੋ? ਅੱਖਾਂ ਵਿੱਚ ਪਾਣੀ ਕਿਉਂ ਆ ਗਿਆ ਹੈ? ਤੇ ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਨਹੀਂ ਫਤਿਹ ਸਿੰਘ, ਡੋਲਿਆ ਨਹੀਂ। ਮੈਂ ਇਸ ਕਰਕੇ ਵਿਰਾਗ ਵਿੱਚ ਹਾਂ ਕਿ ਜਿਹੜਾ ਮੇਰਾ ਹੱਕ ਸੀ ਉਹ ਤੂੰ ਲੈ ਰਿਹਾ ਹੈ। ਆਖਿਆ ਤੇਰਾ ਹੱਕ? ਉਹ ਕਿਵੇਂ? ਆਖਿਆ ਫਤਿਹ ਸਿੰਘ, ਮੈਂ ਤੇਰੇ ਨਾਲੋਂ ਪਹਿਲਾਂ ਸੰਸਾਰ ਵਿੱਚ ਆਇਆ ਹਾਂ, ਤੂੰ ਮੇਰੇ ਨਾਲੋਂ ਬਾਅਦ ਵਿੱਚ ਆਇਆ ਹੈ। ਇਸ ਕਰਕੇ ਮੇਰਾ ਹੱਕ ਪਹਿਲਾਂ ਜਾਣ ਦਾ ਬਣਦਾ ਸੀ, ਪਰ ਜਦੋਂ ਨੀਂਹ ਵਿੱਚ ਚਿਣਿਆ ਗਿਆ ਤੇ ਤੈਨੂੰ ਪਹਿਲਾਂ ਛਪੋ ਦੇਣਾ ਨੀਂਹ ਨੇ, ਕਿਉਂਕਿ ਤੇਰਾ ਕੱਦ ਛੋਟਾ ਹੈ ਤੇ ਮੇਰਾ ਕੱਦ ਵੱਡਾ ਹੈ। ਉਸ ਵੇਲੇ ਗੁਰੂ ਪਿਆਰ ਵਾਲਿਓ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ। ਗੁਰੂ ਕੇ ਲਾਲ ਬਾਣੀ ਪੜ੍ਹਦੇ ਨੇ ਤੇ ਜਦੋਂ ਸੀਸ ਤੱਕ ਨੀਹਾਂ ਗਈਆਂ ਨੇ, ਵਿਦਵਾਨ ਲਿਖਦੇ ਨੇ ਕਿ ਇੱਕਦਮ ਕੰਧ ਜਿਹੜੀ ਆ ਉਹ ਪਾੜ ਗਈ ਹੈ। ਗੁਰੂ ਕੇ ਲਾਲ ਉਸ ਵੇਲੇ ਇੱਟਾਂ ਦੇ ਉੱਪਰ ਡਿੱਗ ਪਏ ਨੇ, ਬੇਹੋਸ਼ ਹੋ ਗਏ ਨੇ। ਇੱਥੇ ਵੀ ਜ਼ਾਲਮਾਂ ਨੇ ਗੁਰੂ ਪਿਆਰ ਵਾਲਿਓ ਬਸ ਨਹੀਂ ਕੀਤਾ। ਸ਼ਾਸਲ ਬੇਗ ਤੇ ਬਾਸ਼ਲ ਬੇਗ ਦੋਨਾਂ ਜਲਾਦਾਂ ਨੇ ਉਸ ਵੇਲੇ ਗੁਰੂ ਕੇ ਲਾਲਾਂ ਦੇ ਕਟਾਰ ਦੇ ਨਾਲ, ਕਈਆਂ ਵਿਦਵਾਨਾਂ ਨੇ ਲਿਖਿਆ ਤੇ ਕਈਆਂ ਨੇ ਤਲਵਾਰ ਦੇ ਨਾਲ ਲਿਖਿਆ ਹੈ ਕਿ ਬੇਹੋਸ਼ ਹੋਏ ਦੋਨਾਂ ਬੱਚਿਆਂ ਦੇ ਗੁਰੂ ਕੇ ਲਾਲਾਂ ਦੇ ਸੀਸ ਜਿਹੜੇ ਧਰ ਦੇ ਨਾਲੋਂ ਵੱਖ ਕਰ ਦਿੱਤੇ ਨੇ। ਤੇ ਗੁਰੂ ਪਿਆਰ ਵਾਲਿਓ ਗੁਰੂ ਕੇ ਲਾਲ ਸ਼ਹਾਦਤ ਦਾ ਜਾਮ ਪੀ ਗਏ ਨੇ। ਇੱਧਰ ਹੁਣ ਕਲਗੀਧਰ ਪਾਤਸ਼ਾਹ ਰਾਏ ਕੱਲੇ ਦੇ ਕੋਲ ਨੇ ਤੇ ਰਾਏ ਕੱਲੇ ਤੇ ਬਖਸ਼ਿਸ਼ਾਂ ਕਰਦੇ ਨੇ ਅਤੇ ਫਿਰ ਰਾਏ ਕੱਲੇ ਨੂੰ ਕਹਿੰਦੇ ਨੇ ਆਪਣਾ ਕੋਈ ਆਦਮੀ ਭੇਜ ਜੋ ਸਰਹੰਦ ਦੀ ਧਰਤੀ ਤੇ ਜਾਵੇ ਤੇ ਜਾ ਕਰਕੇ ਮੇਰੇ ਲਾਲਾਂ ਦੀ ਖਬਰ ਲੈ ਕਰਕੇ ਆਵੇ ਕਿ ਮੇਰੇ ਛੋਟੇ ਲਾਲ ਅਤੇ ਬਜ਼ੁਰਗ ਮਾਤਾ ਕਿਸ ਹਾਲ ਵਿੱਚ ਨੇ। ਹੁਣ ਉਧਰੋਂ ਨੂਰਾ ਮਾਹੀ ਚੱਲ ਕਰਕੇ ਸਰਹੰਦ ਆਉਂਦਾ। ਵਿਦਵਾਨ ਲਿਖਦੇ ਨੇ ਕਿ ਨੂਰੇ ਮਾਹੀ ਦੀ ਭੈਣ ਨੂਰੀ ਉਹ ਸਰਹੰਦ ਵਿਆਹੀ ਹੋਈ ਸੀ, ਇਸ ਕਰਕੇ ਉਹ ਖਬਰ ਲੈਣ ਵਾਸਤੇ ਆਪਣੀ ਭੈਣ ਦੇ ਕੋਲ ਆਇਆ ਹੈ। ਹੁਣ ਧਿਆਨ ਦੇਣਾ, ਇੱਧਰ ਗੁਰੂ ਕੇ ਲਾਲਾਂ ਦੇ ਸੀਸ ਕਲਮ ਕਰ ਦਿੱਤੇ ਨੇ ਅਤੇ ਜ਼ਾਲਮਾਂ ਨੇ ਇੱਥੇ ਹੀ ਬਸ ਨਹੀਂ, ਗੁਰੂ ਕੇ ਲਾਲਾਂ ਦੀਆਂ ਦੋਵੇਂ ਲਾਸ਼ਾਂ, ਦੋਵੇਂ ਸਰੀਰ ਚੁੱਕ ਕਰਕੇ ਅਤੇ ਜੰਗਲ ਵਿੱਚ ਸੁੱਟ ਦਿੱਤੇ ਨੇ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਇੱਧਰ ਮਾਤਾ ਜੀ ਉਡੀਕਦੇ ਪਏ ਨੇ। ਵਿਦਵਾਨ ਸੱਜਣ ਲਿਖਦੇ ਨੇ ਕਿ ਗੁਰੂ ਕੇ ਲਾਲਾਂ ਦੀਆਂ ਰੂਹਾਂ, ਉਹਨਾਂ ਦੋਨਾਂ ਰੂਹਾਂ ਨੇ ਆਵਾਜ਼ ਵਾਰੀ, ਆ ਮਾਂ ਅਸੀਂ ਚੱਲੇ ਆ ਸੱਚਖੰਡ ਨੂੰ, ਤੂੰ ਵੀ ਸਾਡੇ ਨਾਲ ਚੱਲ। ਤੇ ਮਾਂ ਨੇ ਆਖਿਆ ਚਲੋ ਪੁੱਤਰੋ, ਤੁਹਾਡੇ ਮਗਰੇ ਮੈਂ ਆਈ। ਕਹਿੰਦੇ ਨੇ ਮਾਤਾ ਜੀ ਨੇ ਵੀ ਸਰੀਰ ਤਿਆਗ ਦਿੱਤਾ ਤੇ ਸੱਚਖੰਡ ਨੂੰ ਚਲੇ ਗਏ। ਹੁਣ ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਸੋ ਉਸ ਵੇਲੇ ਗੁਰੂ ਕੇ ਲਾਲਾਂ ਦੇ ਸਰੀਰ ਜੰਗਲ ਦੇ ਵਿੱਚ ਪਏ ਨੇ ਵੀ ਆਪੇ ਜਾਨਵਰ ਖਾ ਜਾਣਗੇ। ਤੁਸੀਂ ਸਰਹੰਦ ਦੀ ਧਰਤੀ ਤੇ ਗਏ ਹੋਵੋਗੇ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। ਹੁਣ ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਹੁਣ ਉੱਥੇ ਗੁਰਦੁਆਰਾ ਬੀਬਾਨਗੜ੍ਹ ਸਾਹਿਬ ਬਣਿਆ ਹੋਇਆ। ਧਿਆਨ ਦੇਣਾ, ਦੇਖਿਆ ਹੋਵੇਗਾ ਤੁਸੀਂ, ਉਹ ਜਿੱਥੇ ਗੁਰਦੁਆਰਾ ਬੀਬਾਨਗੜ੍ਹ ਸਾਹਿਬ ਬਣਿਆ ਹੋਇਆ ਨਾ, ਇਤਿਹਾਸਕਾਰ ਲਿਖਦੇ ਨੇ ਉੱਥੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਸਰੀਰ ਸੁੱਟੇ ਸਨ, ਪਰ ਉਹਨਾਂ ਸਰੀਰਾਂ ਦੀ ਰਾਖੀ ਇੱਕ ਸ਼ੇਰ ਨੇ ਕੀਤੀ ਸੀ। ਇੱਕ ਸ਼ੇਰ ਨੇ ਸਾਰੀ ਰਾਤ, ਕਿਉਂਕਿ 12 ਪੋਹ ਵਾਲੇ ਦਿਨ ਗੁਰੂ ਕੇ ਲਾਲ ਸ਼ਹੀਦ ਹੁੰਦੇ ਨੇ। ਅੱਜ ਦੇ ਦਿਨ ਤੇ ਉਹਨਾਂ ਦਾ ਸੰਸਕਾਰ ਹੋਇਆ ਸੀ, ਤਾਂ ਕਰਕੇ ਅੱਜ ਦਾ ਦਿਨ ਜਿਹੜਾ ਸ਼ਹਾਦਤ ਵਜੋਂ ਮਨਾਇਆ ਜਾਂਦਾ ਹੈ। ਸ਼ਹੀਦੀ ਤਾਂ ਉਹਨਾਂ ਦੀ 12 ਪੋਹ ਨੂੰ ਹੋ ਚੁੱਕੀ ਸੀ ਤੇ 13 ਪੋਹ ਨੂੰ ਉਹਨਾਂ ਦਾ ਅੰਤਮ ਸੰਸਕਾਰ ਹੋਇਆ, ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ। ਧਿਆਨ ਦੇਣਾ, ਸ਼ੇਰ ਨੇ ਰਾਖੀ ਕੀਤੀ ਸਾਰੀ ਰਾਤ। ਅਗਲੇ ਦਿਨ ਗੁਰੂ ਪਿਆਰ ਵਾਲਿਓ ਭਾਈ ਟੋਡਰ ਮੱਲ ਆਏ ਨੇ
आख्या मैं गुरु के लालां दा कि गुरु की माता जी का अंतिम संस्कार करना है। उस वेले आख्या है ये संस्कार करने वास्ते बड़ी कीमत तारनी पवेगी, जमीन खरीदनी पवेगी। आख्या जिन्नी भी मर्जी कीमत मैं हीरियां दे नाल जमीन ढक दियांगा, मैनू तुसी जमीन दिओ, मैं गुरु के लालां दे अंतिम संस्कार की सेवा निभाउणी है। विद्वान कहते ने कि सूबा सरहंद ने आख्या जिन्नी जमीन लैनी है मोहरां खड़ियां करके उन्नी जमीन ते देनियां पैणगीਆਂ। ध्यान देना गुरु प्यार वालिओ, हुण उस वेले जमीन दे उपर मोहरां खड़ियां कर करके 4 स्क्वेयर फुट जमीन जिहड़ी सी वो गुरु प्यार वालिओ सोने दीयां मोहरां खड़ियां करके उस वेले भाई टोडर मल ने खरीदी है। ते उस जमीन दे उपर गुरु के लालां दा ते माता जी दा अंतिम संस्कार कीता है। मैं कई बार बचन कहना हुन्ना है, जे किसी ने वेखना होवे ना कि सब तो महंगा दुध किहड़ा है, तो सब तो महंगा दुध वो सी जिहड़ा भाई मोती महरे ने पिया। इन्ना महंगा दुध ना अजे तक किते विकिया ते ना विकूगा। एक तो वो पहला महंगा सी कि अपनी घरवाली दे सारे गहने दे के फिर वो दुध पियाया सी, ते दूजा उस दुध पियाउण दे बदले भाई मोती महरे नाल की होया मैं ये भी तुहाडे सन्मुख रख देवां। ध्यान देना, वो दुध पियाउण दे कारण भाई मोती महरे दा परिवार कोल्लू विच पीड़िया गया सी। छोटी जी गल नहीं, कोल्लू तुसीं देखिया होवेगा, आपां जदों तेल कढाउण जांदे ना सरों दा, ते वो कोल्लू ही है ना, कोल्लू विच तेल कढिया जांदा। सरों दे दाणे किन्ने क वड्डे हुंदे, छोटे छोटे दाणे सरों दे, पर जदों उस कोल्लू दे विच पिसदे ने ते गुरु प्यार वालिओ उस वेले उहदे विचों तेल निकलदा है। ते ऐसे कोल्लू दे विच उस गुरु के सेवादार दे जिन्हें दुध पियाया सी गुरु के साहिबजादियां नूं ते माता जी नूं उहदा परिवार पीड़िया। इतिहासकार लिखते हैं सब तो पहला 8 साल का बच्चा पीड़िया है माँ बाप के सामने। किड्डी वड्डी सेवा भाई मोती महरे की पासे नहीं की जा सकती। 8 साल का बच्चा अखां दे सामने जिउंदे नूं कोल्लू दे विच पीड़ दिता गया। फिर उसकी माता नूं पीड़िया गया, फिर उसकी पत्नी नूं पीड़िया गया, फिर भाई मोती महरे नूं भी कोल्लू विच पीड़िया गया, सिर्फ गुरु के लालां दी सेवा करन दे बदले। एडी वड्डी कीमत चुकाउणी पई। दसो खां इदों महंगा कोई दुध है दुनिया दे विच? जो दुध पियाया होवे ते उहदे वास्ते परिवार भी वारना पिया होवे अते अपनी घरवाली दे सारे गहने भी उन्हां नूं देने पए होण। ते दूजा वचन मैं करदा हुन्ना है, दुनिया दे अंदर वड्डे वड्डे शहर जिन्हां शहरां दे विच आपां अज देखदे आपां कहने इंच इंच जमीन दा मुੱਲ पैंदा। आपां यही कहने ना कि फुੱਟਾਂ दे हिसाब नाल हुण जमीन विकदी है, विकदी होवेगी करोड़ां नाल विकदी होवेगी, पर जिन्नी महंगी जमीन गुरु प्यार वालिओ वो विकी है जिथे गुरु के लालां दा संस्कार होया है, अजे तक ना उन्नी जमीन किते महंगी विकी ते ना किते विकूगी। ध्यान देना गुरु प्यार वालिओ, 78,000 सोने दी मोहरां विछा करके उस सिख ने जमीन लई सी। अज जी दी कीमत अरबां खरबां तो भी उपर है उन्हां मोहरां दी कीमत। थोड़ी जी जमीन सो गुरु प्यार वालिओ इन्नी महंगी विकी है। गुरु के लालां दा अंतिम संस्कार 13 पू वाले दिन होया है। हुण इधर कलगीधर पातशाह महाराज राय कल्ले दे कोल ने अते राय कल्ले दे कोल नाल भाई दया सिंह, भाई धर्म सिंह जी भी नाल ने अते गुरु प्यार वालिओ भाई मान सिंह जी नाल ने, होर कुछ सिख नाल ने। भाई कल्ले ते कृपा हुंदी है अते पातशाह कहन लगे अपना कोई आदमी भेज, खबर मंगा। नूरे माही नूं भेजिया। नूरा उहदा नां सी, माही उहनूं तां कहिंदे सी कि ਉਹ ਰਾਏ ਕੱਲੇ ਦੀਆਂ ਮੱਝਾਂ ਚਾਰਦਾ ਸੀ, ਡੰਗਰ ਚਾਰਦਾ ਸੀ, इस करके मझां चारन वाले नूं माही कह दिंदे सन। ते नूरा माही चल करके गया सरहंद की धरती ते अपनी भैन कोल गया है। एक दिन रात उत्थे रहा है, सारी खबर लई है। अगले दिन जदों वापस आया है, इधर कलगीधर पातशाह महाराज ने एक सिंह दरख्त के उपर चढ़ाया होया, वेख नूरा कदों आउंदा है। पातशाह उडीकदे पए ने ਅਤੇ गुरु प्यार वालिओ अज वो दरख्त उत्थे मौजूद है। जदों आपां गुरुद्वारा साहब लम्मा जटपुरा पिंड है उत्थे वो अस्थान बनिया होया है, उत्थे वो दरख्त भी हैगा है
ਜਿਹੜੇ ਦਰਖਤ ਦੇ ਉੱਪਰ ਚੜ੍ਹ ਕਰਕੇ ਸਿੱਖ ਵੇਖਦਾ ਰਿਹਾ। ਹੁਣ ਉਡੀਕਦੇ ਪਏ ਨੇ ਪਾਤਸ਼ਾਹ, ਥੋੜ੍ਹੀ ਜਿਹੀ ਦੂਰ ਬੈਠੇ ਹੋਏ ਨੇ ਅਤੇ ਸਿੰਘ ਬੈਠੇ ਨੇ। ਨੂਰਾ ਆ ਗਿਆ ਹੈ ਪਰ ਨੂਰਾ ਸਤਿਗੁਰਾਂ ਦੇ ਕੋਲ ਨਹੀਂ ਪਹੁੰਚਿਆ। ਸਿੰਘਾਂ ਦੇ ਕੋਲ ਖੜਾ ਹੈ, ਸਿੰਘਾਂ ਨੂੰ ਦੱਸ ਰਿਹਾ ਹੈ, ਪਰ ਗੁਰੂ ਨੂੰ ਦੱਸਣ ਦਾ ਹਿਆ ਨਹੀਂ ਪੈ ਰਿਹਾ ਕਿ ਐਡਾ ਵੱਡਾ ਜ਼ੁਲਮ ਹੋਇਆ ਹੈ। ਸਿੰਘਾਂ ਨੂੰ ਦੱਸ ਰਿਹਾ। ਇੱਕ ਵਿਦਵਾਨ ਲਿਖਦਾ ਹੈ, ਜਿਵੇਂ ਨੂਰਾ ਦੱਸਦਾ ਪਿਆ, ਨੂਰਾ ਦੱਸਦਾ ਪਿਆ ਹੈ ਕਿ ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ, ਦੋਵੇਂ ਸ਼ਹੀਦ ਹੋ ਗਏ, 9 ਨਿਹਾਲ ਤੁਰ ਗਏ। ਇਉਂ ਸਿੰਘਾਂ ਨੂੰ ਦੱਸਦਾ ਪਿਆ ਹੈ। ਸੂਬੇ ਨੇ ਦੋਨਾਂ ਨੂੰ ਕੰਧਾਂ 'ਚ ਨਪੀੜ ਦਿੱਤਾ ਹੈ, ਕੋਮਲ ਸਰੀਰਾਂ ਨੂੰ ਇੱਟਾਂ ਵਿੱਚ ਪੀੜ ਦਿੱਤਾ ਹੈ। ਜਦੋਂ ਇਹ ਨੂਰਾ ਸਿੰਘਾਂ ਨੂੰ ਇਹ ਗੱਲ ਦੱਸਦਾ ਪਿਆ ਹੈ, ਨਾਲੇ ਛਮ-ਛਮ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਪਿਆ ਹੈ, ਥੋੜ੍ਹੀ ਥੋੜ੍ਹੀ ਆਵਾਜ਼ ਕਲਗੀਧਰ ਪਾਤਸ਼ਾਹ ਦੇ ਕੰਨਾਂ ਵਿੱਚ ਪਈ। ਜਦੋਂ ਸਤਿਗੁਰਾਂ ਨੇ ਇਹ ਗੱਲ ਸੁਣੀ ਹੈ, ਸੁਣੀ ਇਹ ਗੱਲ ਸਾਰੀ, ਉਹ ਮੁਸਕਰਾ ਕੇ ਉੱਠਿਆ। ਜਦੋਂ ਪਾਤਸ਼ਾਹ ਨੇ ਇਹ ਗੱਲ ਸੁਣੀ, ਪਾਤਸ਼ਾਹ ਨੇ ਕੋਈ ਗਿਲਾ ਨਹੀਂ ਕੀਤਾ, ਸ਼ਿਕਵਾ ਨਹੀਂ ਕੀਤਾ, ਰੋਏ ਨਹੀਂ ਗਏ, ਵਿਰਾਗ ਨਹੀਂ ਕੀਤਾ। ਉਸ ਵੇਲੇ ਮੁਸਕਰਾ ਕਰਕੇ ਉੱਠੇ ਨੇ। ਸੁਣੀ ਇਹ ਗੱਲ ਸਾਰੀ, ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ। ਪਾਤਸ਼ਾਹ ਚੱਲ ਕਰਕੇ ਨੂਰੇ ਦੇ ਕੋਲ ਆਏ ਨੇ ਤੇ ਨੂਰੇ ਨੂੰ ਆ ਕਰਕੇ ਪੁੱਛਿਆ ਹੈ, ਕੀ ਕਹਿੰਦੇ ਨੇ? ਤੂੰ ਰੂਬਰੂ ਸੈਂ, ਕੋਈ ਗੱਲ ਨਾ ਲੁਕਾਈ, ਤੂੰ ਸਾਫ਼ ਸਾਫ਼ ਦਸੀ, ਕੋਈ ਕਹਿਰ ਨਾ ਕਮਾਈ। ਪਾਤਸ਼ਾਹ ਕਹਿਣ ਲੱਗੇ, ਨੂਰਿਆ ਤੂੰ ਉੱਥੋਂ ਚੱਲ ਕਰਕੇ ਆਇਆ, ਸਭ ਕੁਝ ਤੂੰ ਸਾਰਾ ਪੁੱਛ ਕੇ ਚੰਗੀ ਤਰ੍ਹਾਂ ਵੇਖ ਕੇ ਆਇਆ ਹੈ, ਸਾਫ਼ ਸਾਫ਼ ਗੱਲ ਦਸੀ, ਕੋਈ ਗੱਲ ਮੇਰੇ ਤੋਂ ਲੁਕਾਉਣਾ ਨਾ ਕਰੀ। ਤੂੰ ਰੂਬਰੂ ਸੈਂ, ਕੋਈ ਗੱਲ ਨਾ ਲੁਕਾਈ, ਤੂੰ ਸਾਫ਼ ਸਾਫ਼ ਦਸੀ, ਕੋਈ ਕਹਿਰ ਨਾ ਕਮਾਈ। ਤੇ ਅਗਲਾ ਬਚਨ ਕੀਤਾ ਸੀ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ। ਪਾਤਸ਼ਾਹ ਕਹਿਣ ਲੱਗੇ, ਨੂਰਿਆ ਜਦੋਂ ਮੇਰੇ ਲਾਲਾ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ, ਤੂੰ ਕਿਸੇ ਦੇ ਕੋਲੋਂ ਇਹ ਸੁਣ ਕੇ ਤੇ ਨਹੀਂ ਆਇਆ? ਉਹਨਾਂ ਦੀਆਂ ਅੱਖਾਂ ਵਿੱਚੋਂ ਕਿਤੇ ਹੰਝੂ ਗਿਰੇ ਹੋਣ ਅਤੇ ਉਹਨਾਂ ਨੇ ਹਾਏ ਹਾਏ ਉਚਾਰਨ ਕੀਤਾ ਹੋਵੇ, ਲੰਮਾ ਸਾਹ ਲਿਆ ਹੋਵੇ, ਕਿਸੇ ਦੇ ਪਾਸੋਂ ਇਹ ਗੱਲ ਤੇ ਨਹੀਂ ਸੁਣੀ? ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ। ਤੇ ਅਗਲਾ ਬਾਦਸ਼ਾਹ ਨੇ ਬਚਨ ਕਿਹਾ ਸੀ ਕਿ ਜਦੋਂ ਤੇਸੀ ਦੇ ਨਾਲ ਸੱਟ ਲੱਗੀ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਾ ਮਾਰੀ। ਪਾਤਸ਼ਾਹ ਕਹਿਣ ਲੱਗੀ, ਨੂਰਿਆ ਕਿਸੇ ਕੋਲ ਸੁਣਿਆ ਤੇ ਨਹੀਂ? ਜਦੋਂ ਤੇਸੀ ਦੇ ਨਾਲ ਮੇਰੇ ਫਤਿਹ ਸਿੰਘ ਦੇ ਗਿੱਟੇ ਛਿੱਲੇ ਗਏ ਹੋਣਗੇ, ਗੋਡਿਆਂ ਤੇ ਤੇਸੀਆਂ ਵੱਜੀਆਂ ਹੋਣਗੀਆਂ, ਉਦੋਂ ਕਿਤੇ ਮੇਰੇ ਫਤਿਹ ਸਿੰਘ ਨੇ ਚੀਕ ਤੇ ਨਹੀਂ ਮਾਰੀ? ਪਾਤਸ਼ਾਹ ਪੁੱਛਦੇ ਨੇ। ਹੁਣ ਧਿਆਨ ਦੇਣਾ, ਪੁੱਛਦੇ ਪਏ ਨੇ, ਇਹਦਾ ਮਤਲਬ ਕਿ ਪਾਤਸ਼ਾਹ ਨੂੰ ਪਹਿਲਾਂ ਪਤਾ ਹੈ ਕਿ ਜੋ ਕੁਝ ਹੋਇਆ, ਮਹਾਰਾਜ ਨੂੰ ਤਾਂ ਸਾਰਾ ਕੁਝ ਪਤਾ ਹੈ। ਇਹ ਪਾਤਸ਼ਾਹ ਦੇ ਕੌਤਕ ਨੇ। ਜਦੋਂ ਤੇਸੀ ਦੇ ਨਾਲ ਸੱਟ ਲੱਗੀ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਾ ਮਾਰੀ। ਇਹ ਵੀ ਕਹਿਣ ਦਾ ਉਹਦਾ ਅੰਦਾਜ਼ ਵੱਖਰਾ ਸੀ, ਕਲਗੀਰ ਵਾਲੇ ਨੇ ਵਜਾਇਆ ਜੋ ਉਹ ਸਾਜ਼ ਵੱਖਰਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਉਸ ਵੇਲੇ ਬੈਠ ਗਏ ਨੇ, ਸੋਗ ਵਿੱਚ ਨਹੀਂ, ਆਪਣੀ ਮੌਜ ਦੇ ਵਿੱਚ। ਪਾਤਸ਼ਾਹ ਦੇ ਸਾਹਮਣੇ ਇੱਕ ਕਾਈ ਦਾ ਬੂਟਾ ਸੀ, ਪੱਥੇ ਵਿੱਚੋਂ ਤੀਰ ਕੱਢਿਆ, ਤੀਰ ਦੀ ਨੋਕ ਦੇ ਨਾਲ ਕਾਈ ਦਾ ਬੂਟਾ ਪੁੱਟ ਕਰਕੇ ਮੂਧਾ ਮਾਰ ਦਿੱਤਾ, ਜੜਾਂ ਸਮੇਤ। ਉਸ ਵੇਲੇ ਰਾਏ ਕੱਲਾ ਵੀ ਵੇਖਦਾ ਪਿਆ ਹੈ, ਸਿੱਖ ਵੀ ਵੇਖਦੇ ਨੇ। ਆਖਿਆ, ਪਾਤਸ਼ਾਹ ਇਹ ਕੀ ਕੌਤਕ? ਮਹਾਰਾਜ ਕਹਿਣ ਲੱਗੇ, ਅੱਜ ਪਾਪ ਹੱਦ ਟੱਪ ਗਿਆ ਹੈ ਤੇ ਅੱਜ ਅਸੀਂ ਮੁਗਲਾਂ ਦੀ ਜੜ ਪੁੱਟ ਕੇ ਮੂਧੀ ਮਾਰ ਦਿੱਤੀ। ਧਿਆਨ ਦੇਣਾ, ਪਾਤਸ਼ਾਹ ਨੇ ਆਖਿਆ, ਅੱਜ ਤੋਂ ਬਾਅਦ ਮੁਗਲਾਂ ਦੇ ਰਾਜ ਦੀ ਜੜ ਪੁੱਟੀ ਗਈ, ਹੁਣ ਮੁਗਲਾਂ ਦਾ ਰਾਜ ਥੋੜੇ ਸਮੇਂ ਦੇ ਵਿੱਚ ਖਤਮ ਹੋ ਜਾਵੇਗਾ। ਇਹ ਉੱਥੇ ਜੜ ਪੁੱਟ ਦੇਣਾ ਕੀਤੀ ਹੈ। ਸੋ ਗੁਰੂ ਪਿਆਰ ਵਾਲਿਓ, ਉੱਥੋਂ ਪਾਤਸ਼ਾਹ ਫਿਰ ਅੱਗੇ ਚੱਲ ਕਰਕੇ ਗਏ ਨੇ ਜਿੱਥੇ ਦੀਨਾ ਕਾਂਗੜ ਪਿੰਡ ਹੈ। ਉੱਥੇ ਪਾਤਸ਼ਾਹ ਜਦੋਂ ਪਹੁੰਚਦੇ ਨੇ, ਮੈਂ ਵਿਸਥਾਰ ਵੱਲ ਨਾ ਜਾਵਾਂ, 1-2 ਮਿੰਟਾਂ ਵਿੱਚ ਮੈਂ ਸਮਾਪਤੀ ਕਰ ਲੱਗਾ ਹਾਂ। ਦੀਨੇ ਕਾਂਗੜ ਜਾ ਕਰਕੇ ਪਾਤਸ਼ਾਹ ਬੈਠੇ। ਉੱਥੇ ਗੁਰੂ ਪਿਆਰ ਵਾਲਿਓ, ਭਾਈ ਦਇਆ ਸਿੰਘ ਨੂੰ ਪਾਤਸ਼ਾਹ ਕਹਿਣ ਲੱਗੇ ਕਿ ਦੱਸੋ ਭਾਈ ਦਇਆ ਸਿੰਘ, ਸਾਰੇ ਸਿੰਘ ਹੀ ਦੱਸਣਾ ਕਰੋ, ਔਰੰਗਜ਼ੇਬ ਨੂੰ ਕਲਮ ਨਾਲ ਮਾਰੀ ਹੈ ਕਿ ਤਲਵਾਰ ਨਾਲ ਮਾਰੀ ਹੈ? ਉਸ ਵੇਲੇ ਗੁਰੂ ਪਿਆਰ ਵਾਲਿਓ, ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ
जे तलवार नाल ही मारना सी, किरपान नाल ही मारना सी, तो फिर इन्ने जंग करन दी की लोड़ सी, पहला ही मार देना चाहिए सी। हुण ते पातशाह कलम नाल मारो तो फिर ही आनंद बनता है। फिर कलगीधर पातशाह ने उस धरती ते जफरनामा पावन बाणी लिखी दसम ग्रंथ साहिब दी। ध्यान देना गुरु प्यार वालियो, जफरनामा फारसी का शब्द है, पंजाबी विच इहदा अर्थ है फतेह दी चिट्ठी। ध्यान देना गुरु प्यार वालियो, जफरनामा बाणी लिखी है जिहदे विच औरंगजेब नूं लाहणतां पाईयां ने। कई बीबियां दियां उदाहरणां दे करके समझाया कि तेरे नालों तां वो बीबियां भी बहादुर ने, सूरमे ने, आते फिर लाहणतां पाईयां ने कि तेरे वर्गा पापी कोई नहीं होवेगा। अखीर विच ये वचन लिखिया है कि जिन्ना चिर तू अपने मुख तू फतेह नहीं बुलावेगा उन्ना चिर तेरे प्राण नहीं निकलणगे। ध्यान देना गुरु प्यार वालियो, जफरनामा दे करके भाई दया सिंह ते भाई धर्म सिंह नूं पातशाह ने भेजिया। जफरनामा लैकर के दोवें सिख गए ने आते गुरु प्यार वालियो, पहलां ते सिपाहियां ने औरंगजेब दे कोल जाण नहीं दिता कई दिन, आते सिंह उड़ीकते रहे। फिर भाई दया सिंह ने बेनती की, सच्चे पातशाह तुसीं कौतक वरताओ, साडा ते मेल नहीं हुंदा। कहंदे ने औरंगजेब मक्के दी यात्रा ते गया सी, उधरों कलगीधर पातशाह उत्थे गए, शरीर करके नहीं अगम्मी रूप विच गए ने। उधरों कहंदे ने औरंगजेब परिक्रमा करदा ते अगों पातशाह मिले। जदों पातशाह नूं तकिया ना, औरंगजेब सिर तो लैकर के पैरां तक तरेली हो गया, कंब उठिया। पातशाह कहन लगे डर ना, असीं तैनूं मारदे नहीं, पर एक गल याद रखी, असीं तेरे कोल अपने सिंह भेजे है, अजे तक तू उन्होंने अपने कोल बुलाया नहीं, मेल नहीं किया। पातशाह ने उत्थे अपना एक खंजर दिता है, आख्या आ खंजर लै जा, ये मेरे सिंह तेरे कोल आउणगे, ये मेरी अमानत तेरे कोल मंगणगे, तैनूं पता लग जाऊगा कि मेरे भेजे आए ने। उत्थों पातशाह वापस आ जाते हैं। ये रूह की खेड है, शरीर की नहीं। तो गुरु प्यार वालियो, उस वेले औरंगजेब आउंदा है आते आउंदियां ही आ करके सिपाहियां नूं कहंदा कि जाओ लै करके आओ। उस वेले भाई दया सिंह ते भाई धर्म सिंह जी नूं उस वेले लागे लै करके जांदे। भाई दया सिंह जी धर्म सिंह जी जाके वो अमानत भी मंगते हैं कि साडी अमानत सानूं दित्ती जावे। वो अमानत भाई दया सिंह नूं दित्ती जाती है। उस वेले गुरु प्यार वालियो, औरंगजेब कहन लगा है कि मैं सुनिया कि तुहाडे गुरु विच ताकत बड़ी है, शक्ति बड़ी है, अते दिखाओ कोई शक्ति तुहाडे विच कोई होवे। भाई दया सिंह कहन लगे गुरु की शक्ति तो मापण ते मिणन तो परे है, साडी शक्ति तू गल छड्ड, असीं गुरु के सिख हां। गुरु साहब चाहण ते कुत्तियां विच शक्ति भर सकदे ने। आख्या कुत्तियां विच ओ किवें? उत्थे खड़ा सी कुत्ता ते भाई दया सिंह कहन लगे दस इनू गुरु की शक्ति बारे। कहंदे ओ कूकर बोलिया, औरंगजेब नूं कहन लगा है तू इस संघासन दे लायक नहींगा, तू साडे विच ही आ जा, तू इत्थे ही चंगा है। कहंदे ने उस वेले औरंगजेब हैरान होया है। उस वेले गुरु के सिंघां ने भाई दया सिंह ने ते भाई धर्म सिंह ने वो जफरनामा औरंगजेब नूं फड़ाया है। आख्या आ सतगुरां ने भेजिया है। गुरु के सिख वापस आ गए ने। औरंगजेब ने जफरनामा पढ़िया। जिमें जिमें जफरनामा पढ़ता है तिवें तिवें अंदरों कबदा है, शरीर निढाल हुंदा गया। सारा जफरनामा जदों पढ़ लिया तो धरती ते डिग पिया है, मंजे ते पै गया। विद्वान लिखते हैं उस दिन तो बाद औरंगजेब उठिया ने, कलम नाल मारिया मेरे पातशाह। कहंदे हुण मंजे ते पिया तड़फदा है, क्योंकि पातशाह ने सीसा अगे सामने कर दिता कि तू ऐ हो जाए। बचना दे राही सारा कुछ उहदे सामने कर दिता है। औरंगजेब की एक बेटी सी जेबुनिशा, वो इनू बड़ी समझाउंदी रही कि अब्बा जान तू गुरु गोबिंद सिंह नाल मत्था ना ला, वो खुदा दा नूर है। पर बंदे कोल जदों पावर होवे ना, कुर्सी होवे, उदों बंदा नहीं मनदा किसी दी। ध्यान देना गुरु प्यार वालियो, वो जेबुनिशा बेटी नू पता सी कि मेरा अब्बा बड़ा कट्टड़ है, इन्हें फतेह नहीं बुलाउणी ते इहदे प्राण नहीं निकलने। उन्हें फिर ढंग नाल कहा है कि अब्बा जान चलो, जे तुसीं फतेह नहीं बुलाउणी ते तुसीं कलम नाल लिख देना करो। सियाणी बड़ी सी, विद्वान सी बड़ी।
ਉਹਨੂੰ ਪਤਾ ਕਿ ਜਿਹੜਾ ਬਚਨ ਲਿਖੀਦਾ ਹੈ ਉਹ ਸਾਡਾ ਮਨ ਨਾਲ ਬੋਲਦਾ ਹੈ। ਆਪਾਂ ਵੀ ਜਦੋਂ ਲਿਖੀਏ ਤੇ ਲਿਖਤ ਜਿਹੜੀ ਸਾਡਾ ਮਨ ਨਾਲ ਬੋਲਦਾ ਹੁੰਦਾ ਹੈ। ਕਹਿੰਦੇ ਔਰੰਗਜ਼ੇਬ ਨੇ ਉਸ ਵੇਲੇ ਫਤਿਹ ਲਿਖੀ ਹੈ ਤੇ ਜਦੋਂ ਲਿਖਾਂਗੇ ਤੇ ਮਨ ਨੇ ਬੋਲਣੀ ਵੀ ਹੈ। ਕਹਿੰਦੇ ਜਦੋਂ ਲਿਖੀ ਹੈ ਮਨ ਨੇ ਬੋਲੀ ਹੈ ਫਿਰ ਔਰੰਗਜ਼ੇਬ ਦੀ ਮੌਤ ਹੋਈ ਸੀ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਐਸੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਅਤੇ ਬਜ਼ੁਰਗ ਮਾਤਾ ਗੁਜਰ ਕੌਰ ਦਾ ਅੱਜ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ। ਤੇ ਇਉਂ ਗੁਰੂ ਪਿਆਰ ਵਾਲਿਓ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ। ਛੋਟੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰਕੇ ਗੁਰੂ ਕੇ ਲਾਲ ਗਏ ਨੇ ਅਤੇ ਵਾਕਈ ਜਿਹੜੇ ਬਚਨ ਕਹੇ ਸੀ, ਗੰਗੂ ਨੂੰ ਵੀ ਬਾਅਦ ਵਿੱਚ ਫੜ ਕਰਕੇ ਸਰਕਾਰ ਨੇ ਮਾਰਿਆ ਸੀ। ਜਿੱਥੇ ਮਾਇਆ ਦੱਬੀ ਸੀ ਉਹ ਮਾਇਆ ਵੀ ਲੈ ਲਈ, ਘਰ-ਬਾਰ ਵੀ ਜ਼ਬਤ ਕਰ ਲਿਆ, ਕਿਉਂਕਿ ਮਾਤਾ ਜੀ ਨੇ ਕਿਹਾ ਸੀ ਨਾ, ਜਿਸ ਮਾਇਆ ਵਾਸਤੇ ਗੰਗੂਆ ਤੂੰ ਪਾਪ ਕਰਦਾ ਹੈ, ਪਾਪ ਕਰਨ ਲੱਗਾ ਹੈ, ਇਸ ਮਾਇਆ ਨੇ ਤੈਨੂੰ ਲੈ ਡੁੱਬਣਾ। ਉਹ ਵੀ ਉਸੇ ਤਰ੍ਹਾਂ ਮਰਿਆ। ਤੇ ਸਾਹਿਬਜ਼ਾਦਿਆਂ ਨੇ ਸੂਬੇ ਬਾਰੇ ਗੱਲ ਕਹੀ ਸੀ ਕਿ ਅਸੀਂ ਇੱਥੇ ਆਵਾਂਗੇ, ਤੇਰੇ ਸੂਬੇ ਦੇ 2 ਟੋਟੇ ਕਰ ਦਿਆਂਗੇ। ਉਹ ਵੀ ਬਚਨ ਪੂਰੇ ਹੋਏ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤੇ ਉਹਨਾਂ ਨੇ ਸੂਬੇ ਦੇ 2 ਟੋਟੇ ਕੀਤੇ ਸਨ। ਗੁਰੂ ਕੇ ਲਾਲਾਂ ਦੇ ਵੀ ਬਚਨ ਪੂਰੇ ਹੋਏ। ਇਉਂ ਕਲਗੀਧਰ ਪਾਤਸ਼ਾਹ ਨੇ ਆਪਣਾ ਸਮੁੱਚਾ ਪਰਿਵਾਰ ਸਾਡੇ ਵਾਸਤੇ ਵਾਰ ਕਰਕੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਭਇਆ, ਜੀਵਤ ਲੱਖ ਹਜ਼ਾਰ। ਸਾਡੇ ਉੱਪਰੋਂ ਸਾਰਾ ਪਰਿਵਾਰ ਵਾਰ ਦਿੱਤਾ। याकूब को यूसुफ को बिछड़ने ने लाया, साबर कोई कम ऐसा रसूल है आया, कटवा के बिसर 4 एक आंसू ना गिराया। रुतवा गुरु गोबिंद सिंह ने ऋषियों का बढ़ाया। 4 पुत्र वार करके कलगीधर पातशाह ने एक अथरू नहीं घेरिया। पर ध्यान देना, अज मालक नूं पुछिए, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਰੂਰ ਅੱਖਾਂ ਵਿੱਚ ਅਥਰੂ ਆਉਂਦੇ ਹੋਣਗੇ ਜਦੋਂ ਪਾਤਸ਼ਾਹ ਵੇਖਦੇ ਹੋਣਗੇ ਮੈਂ ਇਹਨਾਂ ਸਿੱਖਾਂ ਵਾਸਤੇ ਪੁੱਤਰ ਵਾਰੇ ਨੇ, ਪਰਿਵਾਰ ਵਾਰਿਆ ਹੈ। ਜਦੋਂ ਸਿੱਖ ਦੇ ਬੱਚੇ ਨੂੰ ਮੇਰੇ ਪਾਤਸ਼ਾਹ ਨਾਈ ਦੀ ਦੁਕਾਨ ਤੇ ਬੈਠਾ ਦੇਖਦੇ ਹੋਣਗੇ ਉਦੋਂ ਰੋਂਦੇ ਹੋਣਗੇ ਵੀ ਇਹਦੇ ਵਾਸਤੇ ਮੈਂ ਪੁੱਤਰ ਵਾਰੇ ਸੀ। ਜਦੋਂ ਕਿਸੇ ਸਿੱਖ ਨੂੰ ਸ਼ਰਾਬ ਦੇ ਠੇਕੇ ਤੇ ਬੈਠਾ ਵੇਖਦੇ ਹੋਣਗੇ, ਜਦੋਂ ਕਿਸੇ ਸਿੱਖ ਨੂੰ ਕਬਰਾਂ ਦੀਆਂ ਗਾਉਣ ਵਾਲੀਆਂ ਵੇਖਣ ਗਿਆ, ਮੱਥੇ ਟੇਕਣ ਗਿਆ ਵੇਖਦੇ ਹੋਣਗੇ, ਜਗ੍ਹਾ ਤੇ ਜਾਂਦਿਆਂ ਵੇਖਦੇ ਹੋਣਗੇ, ਧਾਗੇ ਤਵੀਤਾਂ ਵਾਲਿਆਂ ਕੋਲ ਜਾਂਦਾ ਵੇਖਦੇ ਹੋਣਗੇ, ਜਦੋਂ ਮੇਰੇ ਪਾਤਸ਼ਾਹ ਇਸ ਤਰ੍ਹਾਂ ਦੇਖਦੇ ਹੋਣਗੇ ਜ਼ਰੂਰ ਅੱਖਾਂ ਵਿੱਚੋਂ ਅਥਰੂ ਆਉਂਦੇ ਹੋਣਗੇ ਵੀ ਇਹਨਾਂ ਵਾਸਤੇ ਮੈਂ ਪਰਿਵਾਰ ਵਾਰਿਆ ਸੀ ਜਿਹੜੇ ਅੱਜ ਕਿੱਧਰ ਤੁਰੇ ਫਿਰਦੇ। ਨਹੀਂ ਗੁਰਮੁਖੋ, ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ ਤੇ ਸਤਿਗੁਰਾਂ ਦੇ ਬਚਨ ਮੰਨੀਏ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਦਸੀ ਮਰਿਆਦਾ ਵਿੱਚ ਚੱਲੋ, ਨਾਮ ਬਾਣੀ ਸਤਸੰਗਤ ਅਭਿਆਸ ਕਰੋ, ਮੜੀਆਂ ਮਸਾਣਾ ਦੰਭੀਆਂ ਪਖੰਡੀਆਂ ਕਬਰਾਂ ਦਾ ਖਹਿੜਾ ਛੱਡੋ, ਤਾਂ ਸਤਿਗੁਰਾਂ ਦੀਆਂ ਖੁਸ਼ੀਆਂ ਮਿਲਣਗੀਆਂ। ਚਲੋ ਆਪਾਂ ਓਡੀਆਂ ਕੁਰਬਾਨੀਆਂ ਨਹੀਂ ਦੇ ਸਕਦੇ, ਪਰ ਆਪਾਂ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣ ਕਰਕੇ ਗੁਰੂ ਦੇ ਹੁਕਮ ਵਿੱਚ ਚੱਲ ਕਰਕੇ ਜੀਵਨ ਤਾਂ ਸਵਾਰ ਸਕਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਇਹ ਮੱਤ ਆ ਜਾਵੇ। ਇਤਨੀ ਸੇਵਾ ਪ੍ਰਵਾਨ ਕਰਿਓ। ਸਤਿਗੁਰਾਂ ਦਾ ਇਤਿਹਾਸ ਬਹੁਤ ਮਹਾਨ ਹੈ। ਅਨੇਕਾਂ ਪ੍ਰਕਾਰ ਦੀਆਂ ਦਾਸ ਕੋਲੋਂ ਭੁੱਲਾਂ ਹੋਈਆਂ ਹੋਣਗੀਆਂ। ਆਪ ਗੁਰੂ ਕੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਬਖਸ਼ਣ ਯੋਗ ਨੇ ਬਖਸ਼ ਲੈਣਾ। ਅਰਦਾਸ ਕਰਿਓ ਇਹ ਜੀਵਨ ਗੁਰੂ ਕੇ ਪ੍ਰਚਾਰ ਦੀ ਸੇਵਾ ਕਰਦਿਆਂ ਹੋਇਆਂ, ਗੁਰਮਤਿ ਵਿੱਚ ਵਿਚਰਦਿਆਂ ਹੋਇਆਂ ਬਤੀਤ ਹੋਵੇ। ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।